हर राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानिक भगत वैराग। श्री गुरु ग्रंथ साहिब उदद बंदों कार्य अनुराग। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੀੜ ਸਾਹਿਬ ਜੀ ਵਿਖੇ गुरु चरणों की हाजरी भर रही। गुरु की साजी माजी भी साध संगत जी सतगुरां ने कृपा की है। अपनी अमृतमयी की दाल बख्शिश कीते सत संगत का अमोलक सुभागा समान प्राप्त होया है। लड़ीवार रूप दे विच धन श्री गुरु नानक देव साहब महाराज जी का 10वां स्वरूप जो देवभा जुगत साए सहकाया फेर पलटी है। दशमेश पिता धन श्री गुरु गोबिंद सिंह साहिब जी महाराज जी का पावन इतिहास चल रहा है। पंथ दे वाली धर्मी पिता धन श्री गुरु गोबिंद सिंह साहिब जी महाराज मालवे दे विच दीने नगर के अंदर सोमदीप हैं और उत्थों सतगुरु साहब जी ने अपनी कलम के नाल जित की चिट्ठी फतेह की चिट्ठी लिखी है जिसका नाम गुरु जी ने रखा जफरनामा। जफरनामा जिवें सतगुरु जी ने लिखा उस दे विच औरंगजेब बादशाह ने जिवें लानतां पाईयां जो कुछ उन्हें कीता सी सतगुरु जी ने वो तस्वीर सारी उहदे सामने रखी कि तुम आ कुछ कीता इस करके तू बख्शिया नहीं जाएगा
ਤੈਨੂੰ ਖਲਕਤ ਦੇ ਮਾਲਕ ਖਾਲਕ ਦੀ ਦਰਗਾਹ ਦੇ ਵਿੱਚ ਲੇਖਾ ਦੇਣਾ ਪੈਣਾ। ਤੂੰ ਉੱਥੇ ਦੇਣਦਾਰ ਹੈ ਤੇ ਅਸੀਂ ਲੈਣਦਾਰ। ਗਰੀਬ ਨਵਾਜ਼ ਸਾਹਿਬ ਜੀ ਨੇ ਜੋ ਕੁਝ ਬਚਨ ਕਹੇ ਉਹ ਆਪਾਂ ਪਿਛਲੇ ਦੀਵਾਨਾਂ ਵਿੱਚ ਵੀ ਸਰਵਣ ਕੀਤੇ ਹਨ। ਅੱਜ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ, ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਥਨ ਕੀਤੇ ਕਿ ਸਤਿਗੁਰੂ ਜੀ ਜ਼ਫ਼ਰਨਾਮੇ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਕੀ ਕੁਝ ਕਹਿ ਰਹੇ। ਸ਼ਰਧਾ ਭਾਵਨਾ ਅਦਬ ਸਤਿਕਾਰ ਸਾਹਿਬ ਸਰਵਣ ਕਰੀਏ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਮਾਇਆ ਦੁਨੀਆ ਅੰਦਰ ਹੈ ਜਿਸ ਤਾਲ ਮੁਕਤਾ। ਗਰੀਬ ਨਵਾਜ਼ ਸਾਹਿਬ ਕਹਿੰਦੇ ਔਰੰਗਜ਼ੇਬ ਬਾਦਸ਼ਾਹ, ਜੋ ਇਹ ਮਾਇਆ ਹੈ ਨਾ ਦੁਨੀਆ ਦੀ, ਇਹ ਤਾਂ ਕਰੰਗ ਦੀ ਤਰ੍ਹਾਂ ਹੈ। ਮਰੇ ਹੋਏ ਪਸ਼ੂ ਦਾ ਜੋ ਕਰੰਗ ਹੁੰਦਾ, ਦੁਨੀਆ ਦੀ ਮਾਇਆ, ਦੁਨੀਆ ਦੀ ਦੌਲਤ, ਦੁਨੀਆ ਦੇ ਪਦਾਰਥ ਤਾਂ ਮਰੇ ਪਸ਼ੂ ਦੀ ਤਰ੍ਹਾਂ, ਤੇ ਜੋ ਇਹਦੀ ਪ੍ਰਾਪਤੀ ਦਾ ਲਾਲਚ ਹੈ, ਚਾਹ ਵਾਲਾ ਹੈ, ਉਹ ਕੁੱਤੇ ਦੀ ਤਰ੍ਹਾਂ ਹੈ। ਇਹ ਲੋਭ ਰੂਪੀ ਕੁੱਤਾ ਹੈ ਤੂੰ, ਤੇਰੇ ਅੰਦਰ ਜੋ ਇਹ ਲਾਲਚ ਹੈ ਦੁਨੀਆ ਕਰੰਗ ਦਾ। ਤੂੰ ਕੋ ਨਰ ਸਾਧ ਹੈ ਸਭ ਧਰਮ ਅਵਤਾ। ਗਰੀਬ ਨਵਾਜ਼ ਕਹਿੰਦੇ ਵੀ ਤੂੰ ਬਖਸ਼ਿਆ ਨਹੀਂ ਜਾਵੇਗਾ। ਇਹ ਦੁਨੀਆ ਦਾ ਲਾਲਚ ਤੈਨੂੰ ਬਖਸ਼ਣ ਨਹੀਂ ਦੇਵੇਗਾ, ਤੈਨੂੰ ਬਖਸ਼ਾਵੇਗਾ ਨਹੀਂ ਉਸ ਦਰਗਾਹ ਦੇ ਵਿੱਚ, ਕਿਉਂਕਿ ਸਭ ਕਰਮ ਅਵਤਾ, ਜਿਹੜੇ ਸਾਰੇ ਤੂੰ ਕਰਮ ਕੀਤੇ ਇਹ ਅਵਤਾ ਕਹੀਏ ਪੁੱਠੇ ਹੀ ਕੀਤੇ ਹਨ। ਤੇਰੇ ਸਾਰੇ ਕਰਮ ਪੁੱਠੇ ਹਨ। ਜੋ ਮਨ ਗਰੀਬ ਨਵਾਜ਼ ਕਹਿੰਦੇ ਕਿ ਜੋ ਤੇਰੇ ਮਨ ਦੇ ਵਿੱਚ ਗੁਮਾਨ ਹੈ ਕਿ ਮੈਂ ਬੁੱਤਾਂ ਨੂੰ ਤੋੜ ਦਿੱਤਾ ਹੈ। ਸਾਧ ਸੰਗਤ ਜੀ, ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਮੰਦਰ ਤੋੜਵਾਏ। ਜਿਸ ਵੇਲੇ ਦਿੱਲੀ ਦੇ ਵਿੱਚ ਸੀ, ਹੁਣ ਜਦੋਂ ਮਹਾਰਾਜ ਲਿਖ ਰਿਹਾ ਉਦੋਂ ਤਾਂ ਦੱਖਣ ਦੇ ਵਿੱਚ ਅਹਿਮਦ ਨਗਰ ਵਿੱਚ ਸੀ, ਪਰ ਜਿਸ ਮੌਕੇ ਦੇ ਉੱਤੇ ਇਹ ਦਿਲਕ ਦੇ ਜੰਨੂ ਲਵਾ ਰਿਹਾ ਸੀ ਆਪਣੇ ਹੁਕਮ ਦੇ ਨਾਲ, ਕਸ਼ਮੀਰ ਦੇ ਇਲਾਕੇ ਵਿੱਚ, ਜੰਮੂ ਦੇ ਇਲਾਕੇ ਵਿੱਚ, ਮਥੁਰਾ ਦੇ ਇਲਾਕੇ ਵਿੱਚ, ਅਯੁੱਧਿਆ ਦੇ ਇਲਾਕੇ ਵਿੱਚ, ਇਸੇ ਤਰ੍ਹਾਂ ਇਲਾਹਾਬਾਦ ਤ੍ਰਿਵੇਣੀ ਦੇ ਇਲਾਕੇ ਵਿੱਚ, ਕਾਂਸ਼ੀ ਦੇ ਇਲਾਕੇ ਵਿੱਚ, ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜ਼ੁਲਮ ਢਾਇਆ ਗਿਆ ਸੀ। ਜਦੋਂ ਕਸ਼ਮੀਰੀ ਪੰਡਤ ਨਾਮੇ ਬਾਦਸ਼ਾਹ ਦੀ ਸ਼ਰਨ ਵਿੱਚ ਆਏ ਸਨ ਕਿ ਸਾਡਾ ਮਹਾਰਾਜ ਧਰਮ ਖਤਰੇ ਵਿੱਚ ਹੈ, ਸਾਡੇ ਤਿਲਕ ਤੇ ਜੰਜੂ ਲਾਏ ਜਾ ਰਹੇ, ਸਾਡੇ ਧਰਮ ਦੀ ਰੱਖਿਆ ਕਰੋ। ਉਹਨਾਂ ਦਿਨਾਂ ਦੇ ਵਿੱਚ ਇਹਨੇ ਕਈ ਮੰਦਰ ਤੁੜਵਾਏ ਸੀ, ਬਹੁਤ ਜ਼ਿਆਦਾ। ਜਿਵੇਂ ਪੁਸ਼ਕਰ ਸ਼ਹਿਰ ਹੈ, ਇਹੋ ਜਿਹੇ ਸ਼ਹਿਰਾਂ ਦੇ ਵਿੱਚ ਇਹਨੇ ਮੂਰਤੀਆਂ ਤੁੜਵਾ ਦਿੱਤੀਆਂ ਸੀ। ਕਈਆਂ ਮੰਦਰਾਂ ਦੀ ਥਾਂ ਦੇ ਉੱਤੇ ਮਸੀਤਾਂ ਵੀ ਉਸਾਰੀਆਂ ਗਈਆਂ ਸੀ। ਉਹਦਾ ਜ਼ਿਕਰ ਕਰਦੇ ਸਤਿਗੁਰੂ ਜੀ ਕਹਿੰਦੇ ਕਿ ਹੇ ਬਾਦਸ਼ਾਹ, ਜੇ ਤੇਰੇ ਮਨ ਦੇ ਵਿੱਚ ਗੁਮਾਨ ਹੈ, ਇਸ ਗੱਲ ਦਾ ਹੰਕਾਰ ਹੈ ਕਿ ਮੈਂ ਬੁੱਤਾਂ ਦੀ ਸ਼ਿਕਸਤੀ ਕੀਤੀ ਹੈ, ਕਿ ਮੈਂ ਬੁੱਤਾਂ ਨੂੰ ਤੁੜਵਾਇਆ, ਮੈਂ ਬਹੁਤ ਬੁੱਤ ਜਿਹੜੇ ਉਹ ਤੋੜ ਦਿੱਤੇ ਹਨ। ਸੋ ਘਰ ਦਰਬਾਰ ਤੇ ਬਣੇ ਕੋਈ ਆ ਸਕਦੀ। ਮਾਰੇ ਕਹਿੰਦੀ ਉਹ ਐਵੇਂ ਤੇਰਾ ਗੁਮਾਨ ਝੂਠਾ ਹੀ ਹੈ, ਉਹ ਤਾਂ ਘਰ ਘਰ ਬਣ ਗਏ। ਜਿੰਨੇ ਤੂੰ ਤੋੜੇ ਉਹ ਤੋਂ ਵੱਧ ਬਣ ਗਏ ਘਰ ਘਰ ਦੇ ਵਿੱਚ ਬੁੱਤ, ਤੇ ਉਹਨਾਂ ਦੀ ਪੂਜਾ ਹੋ ਰਹੀ। ਘਰ ਘਰ ਦੇ ਵਿੱਚ ਬਹੁਤੇ ਬਣ ਗਏ।
वो तो सजाए गए हैं सगों घरां घरां दे विच, क्योंकि वो बुद्धां की पूजा करते हैं। सनातन मत दे विच मूर्ति की पूजा की जाती है। इन्ने तोड़े से उन्होंने अपने घरां घरां विच बना लए, क्योंकि जबरदस्ती किसी भी धर्म को तब्दील नहीं करवाया जा सकता। जबरदस्ती जे कोई महाराज साहब ने कह दिता भी तू जेडे बुत तोड़े तेरे मन में गुमान होए तो घरां घरां विच मूर्तियां फिर बन गई, घरां घरां दे विच बुत बन गए। ये भी तेरा झूठा ही गुमान है। महाराज कहते हिंदू सारे आराधते हैं, वो आराधना करते हैं बुतां अगे बैठ करके, ते सारे मत्था भी टेकते हैं बुतां, क्योंकि वो अपनी पूजा ही इस तरीके नाल करते। मंदिरां दे विच बुतां की पूजा करते, मूर्ति की पूजा की जाती। इन्हें तुड़वाए वो घर घर में बन गए, क्योंकि जिन्ना चेर अंदरों नहीं कोई इंसान मनता किसी गल नूं उन्ना चेर नहीं गा किसी पासे लगता। जे बाहरों कोई बुत तोड़ भी दे तो दोबारा बना लेंगे, जिन्ना चेर अंदरों नहीं बदलता। इस करके गुरु साहिबान ने किसी को भी जबरदस्ती अपने धर्म में नहीं लिया, जेड़ा जिथे मनता वो मनी जाए। महाराज साहब जी ने अपनी सिक्ख्या दी, जेड़ा सिक्ख्या के प्रभावित हो करके आया है उन्हें आप मंग की है कि मैनू महाराज सिक्खी दे। जबरदस्ती किसी को नहीं लिया गया कि तू साडा सिख बन, किसी गुरु साहब ने नहीं आख्या। अपनी भावना के नाल प्रेम के नाल गुरु साहब जी तो प्रभावित हो करके महाराज के बचनों तो, गुरु साहब जी की सिक्ख्या तो, गुरु साहब जी की कौतुकां तो जिहड़ा प्रभावित होया है उन्हें आके सिक्खी मंगी। सिक्ख्या जरूर दी, हर थां ते जाके दी। महाराज साहब गरीब नवाज साहब जी ने मक्के जाके भी दी है, जगन्नाथपुरी जाके भी दी है, हरिद्वार जाके भी दी है। जो कुछ उल्टियां रीतां कीतियां जांदियां सी उहदी सिक्ख्या जरूर दी महाराज साहब जी ने जाके, पर प्रेम नाल भावना नाल, जबरदस्ती किसी नाल कोई नहीं। सतगुरु गरीब नवाज कहते कि तेरे मन दे विच गुमान है, हंकार है कि मैं बुत तोड़ दिते। हंकार ये सी ना कि सारिਆਂ ਨੂੰ मैं इस्लाम विच ही लै आवांगा, सारिਆਂ ਨੂੰ मुसलमान ही बना देवांगा। ते नामी पातशाह ने आख्या सी जदों कश्मीर के पंडितां की बांह फड़ी, वो शरण में आके पए सी ते महाराज साहब जी गए फिर दिल्ली। उस वेले कहा सी कि बादशाह ये तेरा में झूठा गुमान है कि जिवें परमेश्वर नूं भाउंदा उहने रचना रची आ, जिन्हों मुसलमानों के घरे जन्म देना उन्होंने मुसलमानों घरे दे जाता वो जन्म, जिन्हों हिंदुआ घरे जन्म देना उन्होंने हिंदुआ घरे दे जाता। जे तू कहना वा कि कला इस्लाम ही होना चाहिए तो रब उन्होंने घरे किसी को जन्म ही ना दे, आपे जम ही सारे मुसलमानों घरे पैण, उधर किसी का जन्म ही ना हो। जे परमेश्वर सारे चाहता है तो तू किवें बदल सकदा। सतगुरु कहते ये तो परमेश्वर की रचना है, तो वो अगे हंकार नहीं पाउंदा। उस वेले नामे पातशाह ने भी सिक्ख्या दी सी कि औरंगजेब तू दोवां धर्मां तो एक करना चाहना है, साडी कुर्बानी होगी तो तीजा खालसा पंथ सज जाएगा। इस तरह कलगीधर पातशाह जबरनामे में कहते कि तेरे मन में ये गुमान ही है कि मैं बुद्धां नूं तोड़ दिता, उत्थे घर घर विच बन गए ते ओह मत्था टेकदे पए हन सारे हिंदू। जिथे एक तोड़िया है ना, एक कोई बुत तोड़िया तो वो थां दे उत्ते मारे कहते लख बन गए।
इस तरह की गाथा जान ले कि एक बुत तोड़िया उसकी थां ते बहुते बन गए, घर घर दे विच बन गए हैं। ते जे तेरे मन दे विच गुमान है शरह दा कि मैं शरह विच चलण वाला जां दूसरिਆਂ ਨੂੰ मैं जबरदस्ती शरह विच ले आंदा। शरह जिहड़ा मुसलमानी कायदा कानून है, बाहरला नियम है, ਉਹਨੂੰ शरह कह देंगे। भी जे तेरे मन विच ये गुमान है कि मैं बहुतिਆਂ ਨੂੰ इस्लामी शरह विच लिआंदा है कि इस तरह मेरे ते बख्शिश हो जाएगी। सतगुरु कहते सारे बाकी होर भी किन्ने शरह दे विच बजे हुए आ, किवें बख्शिश उन्हां ते होवेगी, किवें बख्शिश नूं वेखणगे। शरह दे विच चलण दे नाल बख्शिश नहीं होवेगी। महाराज कहते जे शरह दे रस्ते विच चलण नाल ही कोई बख्शिया जावे ते फिर भजन क्यों करे कोई। कि शरह हरेक धर्म की वक्री वक्री है। इस्लाम के जिहड़े नियम हैं उन्होंने शरह कहते हैं। इस तरह बाकी भी सारे धर्मां के नियम हैं, उन्हां विच चलना भी पैंदा है, पर उहदे तो अगे भजन करन दी भी गल है, सिमरन करन दी भी गल है। इस्लाम की वक्री शरह है। इस तरह हिंदू धर्म के जिहड़े वो वक्रे नियम हैं, बाहरी तौर पर जिहड़े शरीर ते धारण कीते जाते हैं, ते सिख धर्म का वखरा नियम है। हुण सिख धर्म की भी एक तरह की बाहरी मर्यादा है, रहत है, वो उन्होंने शरह कह देंगे, आपां मर्यादा कह देंगे, रहत कह देंगे कि खंडे बाटे का अमृत छकना है, पंजा ककारां की रहत रखनी है, पंजा ककारां दे धारनी होना। ये साडी गुरु साहिब जी की दिती हुई रहत मर्यादा है, ये गुरमत की शरह है। हुण इहदे धारनी हो करके इहदे तो अगला काम कोई करे ही ना, कि नाम जपे ही ना, बाणी पढ़े ही ना, ते बाणी पढ़ के बाणी जो कहती वो करे ही ना, ते आके आपां ते हुण जिउंदे ते वो पूरे ही हो गए, अपने वर्गा खालसा ही कोई नहीं, ते दूजे किसी नूं खलोण ही ना दवे, ते फिर ते नहीं ना गल बनदी। जरूरी है शरह भी, जरूरी है रहत मर्यादा विच रहना भी, पर उहदे तो अगे भजन करना भी है। ते जे भजन ना कीता तो शरह ने सिर्फ फिर हंकार ही पैदा करना, फिर हंकारी हो जाना कि मैं सब तो सुच्चा, मैं सब तो उच्चा, मैं सब तो ज्यादा रहत मर्यादा, मेरे वर्गा कोई सिमरन करने वाला ही नहीं। ते जदों प्रेम की वो मर्यादा में चलेगा, प्रेम भावना के नाल गुरु की बाणी का पाठ पठन करेगा, अभ्यास करेगा, तो फिर जपदिया पता लगना भी ये तो हंकार छड्डण वाली कहानी सी, ते मैं ते हंकार अगे नूं भी वधा लिया ज्यादा। इन्ना ते इस पासे आउण तो पहला हंकार नहीं जिन्ना मैं हुण चुकी बैठा, सगों ये तो टुटना चाहिए सी। महाराज का सिख बन के हंकार ते घटना चाहिए, तो मेरा पारा लग गया अगे नूं भी ज्यादा, भी मैं तो हुण पूरा बन गया, हुण दूजा भी मेरे लागे भी खलो सकदा, कि मेरे वर्गा नहीं हुण कोई। ते महाराज साहब जी ने आख्या कि भाई ये तां भजन करन दी गल है, सिमरन करन दी गल है, ते फिर जेड़ा ये शरह ते करा तोरन वास्ते है ना, कि इधर नूं तोर, हाले ते आरंभता ही होई कि जदों अमृत छकिया, रहत विच त्यार पर त्यार होया, ते सिमरन भजन करदियां करदियां ते फिर अगे नाम जपदियां जपदियां ते लाउणी ते मैल सी जिहड़ी लगी होई, ते हुण थोड़े दिनों के विच ही हले होया, ते 1 महीना ही अमृत छके नूं,
ਤੇ ਹੁਣ ਇਹ ਕਹਿੰਦਾ ਵੀ ਆਪਾਂ ਤੇ ਹੁਣ ਪੂਰੇ ਹੀ ਹੋ ਗਏ। ਹਾਂ, ਤਬਦੀਲੀ ਤੇ ਹੋਈ ਆ, ਦੂਜਾ ਜਨਮ ਤੇ ਹੋਇਆ ਗੁਰੂ ਘਰ ਦੇ ਵਿੱਚ, ਪਰ ਇਹਦਾ ਮਤਲਬ ਇਹ ਥੋੜਾ ਵੀ ਹੁਣ ਹੰਕਾਰ ਹੀ ਕਰੀ ਜਾਣਾ। ਅੱਗੇ ਚੱਲਣਾ, ਅੱਗੇ ਬੜਾ ਸਫ਼ਰ ਵਾ ਜਿਹੜਾ। ਤੇ ਉਹ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਤੇ ਫਿਰ ਇਹ ਗੱਲ ਕਹਿ ਦਿੱਤੀ ਨਾ, ਜਿਹੜੇ ਇਸ ਰਾਹ ਤੇ ਚੱਲੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹ ਭਜਨ ਕਰਨ ਵਾਲਿਆਂ ਦੀਆਂ ਗੱਲਾਂ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਜਿਵੇਂ ਜਿਵੇਂ ਪੱਕਿਆ ਫਲ ਉਵੇਂ ਉਵੇਂ ਉਹਦੇ 'ਚ ਮਿਠਾਸ ਆਈ, ਜਿਵੇਂ ਜਿਵੇਂ ਦਰਖਤ ਨੂੰ ਫਲ ਲੱਗੇ ਉਵੇਂ ਉਵੇਂ ਉਹ ਝੁਕਿਆ। ਹੈ ਤੇ ਝੁਕਣਾ ਸੀ ਨਾ, ਫਿਰ ਨੀਵਾਂ ਹੋਣਾ ਸੀ। ਜੋ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਦੇਖੋ, ਗੁਰੂ ਸਾਹਿਬਾਂ ਦੇ ਬਚਨ, ਸਭ ਕੁਝ ਕਰਦੇ ਆ, ਸਭ ਕੁਝ ਕਰਾਉਂਦੇ ਆ, ਤੇ ਫਿਰ ਵੀ ਇੱਥੋਂ ਤੀਕ ਮਹਾਰਾਜ ਦੀ ਨਿਮਰਤਾ, ਨਾਲੇ ਗੁਰੂ ਸਾਹਿਬ, ਗੁਰੂ ਪਦਵੀ ਤੇ ਸੋਭਨੀਕ ਵਾ, ਤੇ ਫਿਰ ਵੀ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਗੁਰੂ ਸਾਹਿਬ ਤੇ ਇਹ ਗੱਲ ਕਹਿੰਦੇ ਆ, ਤੇ ਆਪਾਂ ਕੀਤਾ ਵੀ ਕੱਖ ਨਹੀਂ, ਤੇ ਆਪਾਂ ਕਹਿੰਦੇ ਸਾਡੇ ਵਰਗਾ ਹੈ ਵੀ ਕੋਈ ਨਹੀਂ, ਵੀ ਅਸੀਂ ਜਪੀਆਂ ਵਿੱਚੋਂ ਸਭ ਤੋਂ ਵੱਡੇ ਜਪੀ, ਤਪਸਵੀਆਂ ਵਿੱਚੋਂ ਕੀਤਾ ਕੁਝ ਨਹੀਂ, ਤਪਸਵੀਆਂ ਵਿੱਚੋਂ ਵੀ ਸਭ ਤੋਂ ਵੱਡੇ ਤਪਸਵੀ ਆਪਾਂ, ਤੇ ਸੰਜਮੀਆਂ ਵਿੱਚੋਂ ਵੀ ਵੱਡੇ ਸੰਜਮੀ। ਕਹਿੰਦਾ ਮੇਰੇ ਵਰਗਾ ਸੰਜਮੀ ਕੌਣ ਆ, ਮੇਰੇ ਵਰਗਾ ਧਰਮੀ ਕੌਣ ਆ, ਮੇਰੇ ਵਰਗਾ ਸੇਵਾਦਾਰ ਕੌਣ ਆ। ਜਿੱਥੇ ਇੱਕ ਰਾਂ ਮੈਂ ਖਲੋ ਜਾ, ਇੱਥੇ ਦੂਜਾ ਖਲੋ ਹੀ ਨਹੀਂ ਸਕਦਾ, ਇਹ ਸੇਵਾ ਹੀ ਮੇਰੀ। ਇਹ ਤਾਂ ਜਿੱਥੇ ਇੱਕ ਦਿਨ ਆ ਕੇ ਬਹਿ ਜਾਵੇ ਨਾ, ਦੂਜੇ ਦਿਨ ਉੱਥੇ ਦੂਜੇ ਨੂੰ ਬਹਿਣ ਨਹੀਂ ਦਿੰਦਾ, ਕਹਿੰਦਾ ਇੱਥੇ ਮੈਂ ਬਹਿਣਾ, ਤੂੰ ਨਹੀਂ ਇੱਥੇ ਬਹਿ ਸਕਦਾ। ਪਰ ਉਹ ਤਾਂ ਗੱਲ ਹੀ ਆਪਾਂ ਤਿਆਗਣ ਦੀ ਹੈ। ਇੱਥੇ ਤਾਂ ਖਤਮ ਹੋਣ ਦੀ ਗੱਲ, ਨੀਵੇਂ ਹੋਣ ਦੀ ਗੱਲ ਸੀ, ਝੁਕਣ ਦੀ ਗੱਲ ਸੀ। ਜਿਵੇਂ ਜਿਵੇਂ ਫਲ ਪਵੇ ਤੇ ਦਰਖਤ ਨੀਵਾਂ ਹੁੰਦਾ, ਝੁਕਦਾ। ਮਹਾਰਾਜ ਕਹਿੰਦੇ ਕੱਲੀ ਸ਼ਰ੍ਹਾ ਨਾਲ ਨਹੀਂ ਤੂੰ ਬਖਸ਼ਿਆ ਜਾਣਾ, ਜੇ ਸ਼ਰ੍ਹਾ ਨਾਲ ਹੀ ਕੋਈ ਬਖਸ਼ਿਆ ਜਾਵੇ ਤੇ ਭਜਨ ਫਿਰ ਕਿਉਂ ਕਰੇ ਕੋਈ। ਕਿਉਂਕਿ ਸਿਮਰਨ ਦਾ ਤੇ ਹਉਮੈ ਦਾ ਆਪਸ ਵਿੱਚ ਵਿਰੋਧ ਵਾ। ਜਦੋਂ ਕੋਈ ਸਿਮਰਨ ਦਾ ਪੱਲਾ ਪੜਦਾ ਉਵੇਂ ਉਵੇਂ ਹਉਮੈ ਟੁੱਟਦੀ ਆ। ਫਿਰ ਮਹਾਰਾਜ ਸਾਹਿਬ ਨੇ ਆਖਿਆ ਨਾ, ਗਰੀਬ ਨਵਾਜ ਕਹਿੰਦੇ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਾਰਿਆਂ ਦੀ ਰੇਣਕਾ, ਸਾਰਿਆਂ ਦੀ ਚਰਨ ਧੂੜੀ ਭਾਵ। ਇਹਦਾ ਮਤਲਬ ਕੀ ਹੋਇਆ ਵੀ ਸਾਰਿਆਂ ਤੋਂ ਨੀਵਾਂ, ਸਾਰਿਆਂ ਦੀ ਚਰਨ ਧੂੜੀ ਹੋਣ ਦਾ ਭਾਵ ਕਿ ਸਾਰਿਆਂ ਤੋਂ ਨੀਵਾਂ ਹੋ ਗਿਆ ਮੇਰੇ ਕੋਲ। ਗੁਰਬਾਣੀ ਦੇ ਵਿੱਚ ਗੁਰੂ ਕੀ ਚਰਨ ਧੂੜੀ ਵੀ ਆਖਿਆ, ਗੁਰਸਿੱਖਾਂ ਦੀ ਚਰਨ ਧੂੜੀ ਹੋਣ ਵਾਸਤੇ ਵੀ ਆਖਿਆ, ਤੇ ਇੱਕ ਥਾਂ ਤੇ ਇਹ ਵੀ ਕਹਿ ਦਿੱਤਾ ਵੀ ਗਰੀਬ ਨਵਾਜ ਸਾਹਿਬ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਹੋ ਤੇ ਮੇਰੇ ਕੋਲ ਆ। ਕਿ ਵੱਡਾ ਬਣ ਕੇ ਨਾ ਇਹ ਨਾ ਕਹਿ ਵੀ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਧਿਆਨੀ ਕੋਈ ਨਹੀਂ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਬਾਦਸ਼ਾਹ ਨੂੰ ਸਮਝਾਉਂਦੇ ਆ ਵੀ ਪੰਥ ਸ਼ਰ੍ਹਾ ਕਰ ਬਖਸ਼ ਹੋਏ, ਕਿਉਂ ਭਜਨ ਕਰੇ ਕੋ। ਜੇ ਸ਼ਰ੍ਹਾ ਵਿੱਚ ਇਕੱਲੇ ਚੱਲਿਆ ਹੀ ਬਖਸ਼ਿਆ ਜਾਵੇ ਤੇ ਫਿਰ ਭਜਨ ਕੋਈ ਕਿਉਂ ਕਰੇ। ਸੰਤ ਜਨਾਂ ਕੀ ਸੇਵਕੀ ਕਿਉਂ ਜਾਏ ਕਰੇ ਕੋ। ਤੇ ਫਿਰ ਸੰਤ ਜਨਾਂ ਦੀ ਸੇਵਕੀ ਕੋਈ ਜਾ ਕੇ ਕਿਉਂ ਕਰੇ, ਜੇ ਇਕੱਲੀ ਸ਼ਰ੍ਹਾ ਵਿੱਚ ਹੀ ਬਖਸ਼ਿਆ ਜਾਂਦਾ। ਸ਼ਰ੍ਹਾ ਵਿੱਚ, ਸ਼ਰ੍ਹਾ ਤੋਂ ਭਾਵ ਜਿਹੜਾ ਮਰਿਆਦਾ ਚਾਹੁੰਦਾ, ਮਰਿਆਦਾ ਹੈ ਗੁਰੂ ਕੀ ਮਰਿਆਦਾ ਵਿੱਚ ਆਉਣਾ ਹੈ। ਪਰ ਮਰਿਆਦਾ ਚਾਉਣ ਵਾਲਿਆਂ ਨੂੰ ਵੀ ਗੁਰੂ ਸਾਹਿਬ ਨੇ ਆਖਿਆ ਵੀ ਗੁਰਸਿੱਖਾਂ ਦੀ ਸੰਗਤ ਤੈਨੂੰ ਕਰਨੀ ਪੈਣੀ। ਤੂੰ ਅੰਮ੍ਰਿਤ ਛਕ ਲਿਆ, ਗੁਰੂ ਕੀ ਰਹਿਤ ਵਿੱਚ ਆ ਗਿਆ, ਇਹਦਾ ਮਤਲਬ ਇਹ ਨਹੀਂ ਵੀ ਤੂੰ ਹੁਣ ਤੇਰੀ ਹੁਣ ਹੋ ਗਈ ਆ ਵੀ ਜੋ ਕੋਈ ਕਰਨਾ ਸੀ ਸੋ ਕਰ ਲਿਆ। ਨਹੀਂ, ਹਾਲੇ ਤੇ ਤੇਰੀ ਆਰੰਭਤਾ ਹੋਈ ਹੈ। ਤੂੰ ਅੰਮ੍ਰਿਤ ਛਕਿਆ ਵਾ, ਹੁਣ ਗੁਰਮੰਤਰ ਦਾ ਤੂੰ ਜਾਪ ਕਰਨਾ, ਮੂਲ ਮੰਤਰ ਦਾ ਜਾਪ ਕਰਨਾ ਤੇ ਨਿਤਨੇਮ ਕਰਨਾ, ਤੇ ਨਾਲ ਜਿਹੜੇ ਪਹਿਲੋਂ ਤੇ ਚੱਲੇ ਉਹਨਾਂ ਦੀ ਸੰਗਤ ਵੀ ਕਰਨੀ। ਗੁਰਸਿੱਖਾਂ ਦੀ ਸੰਗਤ ਵੀ ਤਾਂ ਹੀ ਆਖਿਆ ਨਾ,
ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਪਰ ਇਹ ਤਾਂ ਕਹਿੰਦਾ ਮੈਂ ਨਹੀਂ ਕਿਸੇ ਕੋਲੇ ਜਾਂਦਾ, ਹੁਣ ਮੈਂ ਤੇ ਅੰਮ੍ਰਿਤਧਾਰੀ ਹੋ ਗਿਆ, ਹੁਣ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਗੁਰਸਿੱਖਾਂ ਨੂੰ ਮੰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੂੰ ਮੰਨ ਗੁਰਸਿੱਖਾਂ ਨੂੰ, ਪਰ ਇਹ ਕਹਿੰਦਾ ਮੈਂ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ। ਵੀ ਨਾ ਮੰਨ ਕਿਸੇ ਨੂੰ, ਪਰ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨੂੰ ਤਾਂ ਮੰਨਣਾ, ਉਹ ਤੇ ਮੰਨਣਾ ਹੀ ਪੈਣਾ। ਜਿਸ ਨੂੰ ਗੁਰਮੁਖ ਇਸ ਤਰ੍ਹਾਂ ਕਹਿੰਦੇ ਵੀ ਗੁਰੂ ਨੂੰ ਮੰਨਦਾ ਪਰ ਗੁਰੂ ਦੀ ਨਹੀਂ ਮੰਨਦਾ, ਵੀ ਜੋ ਗੁਰੂ ਸਾਹਿਬ ਕਹਿੰਦੇ ਉਹਨੂੰ ਨਹੀਂ ਮੰਨਦਾ। ਗੁਰੂ ਸਾਹਿਬ ਜੀ ਨੇ ਤੇ ਆਖਿਆ ਥਾਂ ਥਾਂ ਤੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਗੁਰੂ ਸਾਹਿਬ ਜੀ ਨੇ ਤੇ ਆਖਿਆ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰਿਆ ਸਾਡੜੇ ਸੇਈ, ਹਉ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ। ਗੁਰੂ ਸਾਹਿਬ ਜੀ ਨੇ ਤੇ ਆਖਿਆ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਢੀਐ ਮੈਲ ਸਾਧ ਸੰਗ ਉੱਠਿਆਂ। ਕਿਉਂਕਿ ਇੱਥੇ ਲਾਈਨ ਆਈ, ਇੱਥੇ ਇੱਕ ਪੰਕਤੀ ਆਈ ਆ ਇਤਿਹਾਸ ਦੇ ਵਿੱਚ, ਕਲਗੀਧਰ ਪਾਤਸ਼ਾਹ ਕਹਿੰਦੇ ਵੀ ਜੇ ਸ਼ਰ੍ਹਾ 'ਚ ਚੱਲਿਆ ਹੀ ਬਖਸ਼ਿਆ ਜਾਂਦਾ ਹੋਵੇ ਨਾ, ਫਿਰ ਕੋਈ ਭਜਨ ਕਿਉਂ ਕਰੇ, ਤੇ ਭਜਨ ਕਰਨ ਵਾਲਿਆਂ ਦੀ ਜਾ ਕੇ ਸੇਵਾ ਕਿਉਂ ਕੋਈ ਕਰੇ। ਕਿਉਂਕਿ ਭਜਨ ਕਰਨ ਵਾਲਿਆਂ ਦੀ ਸੰਗਤ ਨਾਲ ਜੀਵ ਬਖਸ਼ਿਆ ਜਾਂਦਾ, ਭਜਨ ਕਰਨ ਵਾਲਿਆਂ ਦੀ ਸੇਵਾ ਕਰਨ ਨਾਲ ਬਖਸ਼ਿਆ ਜਾਂਦਾ। ਸੰਤ ਜਨਾ ਕੀ ਸੇਵਕੀ ਕਿਉਂ ਜਾਏ ਕਰੈ ਕੋ, ਜੇ ਕੱਲੀ ਸ਼ਰ੍ਹਾ 'ਚ ਆਉਣ ਨਾਲ ਬਖਸ਼ਿਆ ਜਾਂਦਾ ਹੋਵੇ ਨਾ, ਫਿਰ ਸੰਤ ਜਨਾਂ ਦੀ ਸੇਵਕੀ ਕੋਈ ਜਾ ਕੇ ਕਿਉਂ ਕਰੇ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਗੁਰਬਾਣੀ ਕਹਿੰਦੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਹ ਕਾਰ, ਸੰਤਨ ਕੀ ਧੂਰੇ। ਨਾਮ ਜਪਣ ਵਾਲਿਆਂ ਦੀ ਗੱਲ ਹੈ। ਗੁਰੂ ਜੀ ਨੇ ਬਚਨ ਕੀਤਾ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਮ। ਉਹਨਾਂ ਤੋਂ ਸਦਕੇ ਜਾਣੇ ਜਿਹੜਾ ਤੇਰਾ ਨਾਮ ਲੈਂਦੇ ਆ, ਤੇ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਮਿਲਣਾ, ਉਹਨਾਂ ਗੁਰਸਿੱਖਾਂ ਦੀ, ਗੁਰਮੁਖਾਂ ਦੀ, ਸਾਧੂਆਂ ਦੀ, ਸੰਤਾਂ ਦੀ ਫਿਰ ਸੇਵਾ ਕੋਈ ਜਾ ਕੇ ਕਿਉਂ ਕਰੇ, ਜੇ ਕੱਲੀ ਸ਼ਰ੍ਹਾ ਨਾਲ ਕੋਈ ਬਖਸ਼ਿਆ ਜਾਂਦਾ ਹੋਵੇ। ਸਾਹਿਬ ਲੋਕੈ ਖੁਸ਼ੀ ਬਿਨਾ ਨਹਿ ਦਰਗਹਿ ਵਾਸਾ, ਕਲਗੀਧਰ ਪਾਤਸ਼ਾਹ ਕਹਿੰਦੇ ਸਾਹਿਬ ਲੋਕਾਂ ਦੀ ਖੁਸ਼ੀ ਤੋਂ ਬਿਨਾਂ ਦਰਗਾਹ ਵਿੱਚ ਵਾਸਾ ਨਹੀਂ ਹੁੰਦਾ। ਇੱਥੇ ਸਾਹਿਬ ਲੋਕ ਆਖਿਆ ਰੱਬ ਦੀ ਬੰਦਗੀ ਕਰਨ ਵਾਲੇ ਨੂੰ। ਸਾਹਿਬ ਲੋਕ ਜਨਮ ਸਾਖੀ ਵਿੱਚ ਵੀ ਇਹ ਪਦ ਆਇਆ, ਸਾਹਿਬ ਲੋਕ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਨਮ ਸਾਖੀ ਜੋ ਭਾਈ ਬਾਲਾ ਜੀ ਨੇ ਲਿਖਵਾਈ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖਡੂਰ ਸਾਹਿਬ, ਤੇ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਸਿੱਖ ਨੇ ਲਿਖੀ ਸੀ, ਭਾਈ ਪੈੜੇ ਮੋਖੇ ਨੇ। ਉਹਦੇ ਵਿੱਚ ਵੀ ਇਹ ਬਚਨ ਆਇਆ, ਸਾਹਿਬ ਲੋਕ। ਸੰਤਾਂ ਨੂੰ, ਸਾਧੂਆਂ ਨੂੰ ਸਾਹਿਬ ਲੋਕ ਆਖਿਆ। ਇੱਕ ਸਾਹਿਬ ਲੋਕ ਆਉਂਦਾ ਵਾ ਪਦ, ਇੱਕ ਗੋਬਿੰਦ ਲੋਕ ਵੀ ਆਉਂਦਾ। ਗੁਰੂ ਕੀ ਬਾਣੀ ਵਿੱਚ ਵੀ ਆਇਆ ਗੋਬਿੰਦ ਲੋਕ। ਕਿਸੇ ਨਾਮ ਦੇ ਨਾਲ ਸੰਬੋਧਨ ਕੀਤਾ ਜਾਵੇ, ਭਾਵੇਂ ਉਹਨੂੰ ਭਾਈ ਕਹਿ ਲਿਆ ਜਾਵੇ, ਭਾਵੇਂ ਸਾਧੂ ਕਹਿ ਲਿਆ ਜਾਵੇ, ਭਾਵੇਂ ਸੰਤ ਕਹਿ ਲਿਆ ਜਾਵੇ, ਭਾਵੇਂ ਗੁਰਮੁਖ ਕਹਿ ਲਿਆ ਜਾਵੇ, ਭਾਵੇਂ ਗੁਰਸਿੱਖ ਕਹਿ ਲਿਆ ਜਾਵੇ, ਗੱਲ ਹੈ ਸਿਮਰਨ ਬੰਦਗੀ ਕਰਨ ਵਾਲੇ ਦੀ। ਜਿਹੜਾ ਕੋਈ ਰੱਬ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਅਨੇਕਾਂ ਨਾਮਾਂ ਨਾਲ ਗੁਰਬਾਣੀ ਵਿੱਚ ਸੰਬੋਧਨ ਕੀਤਾ। ਕੁਝ ਕਹਿ ਲਓ, ਭਾਈ ਵੀ ਗੁਰਬਾਣੀ ਵਿੱਚ ਕਿੰਨੀ ਵਾਰੀ ਆਇਆ, ਸੰਤ ਪਦ ਵੀ ਕਿੰਨੀ ਵਾਰੀ ਆਇਆ, ਸਾਧੂ ਪਦ ਵੀ ਕਿੰਨੀ ਵਾਰੀ ਆਇਆ। ਇੱਥੇ ਮਹਾਰਾਜ ਨੇ ਆਖਿਆ ਸਾਹਿਬ ਲੋਕਾਂ। ਸਾਹਿਬ ਨਾਮ ਹੈ ਮਾਲਕ ਦਾ, ਪਰਮੇਸ਼ਰ ਦਾ, ਤੇ ਲੋਕ ਉਹਦੇ ਜਿਹੜੇ ਬੰਦੇ ਆ, ਪ੍ਰਭੂ ਦੀ ਬੰਦਗੀ ਕਰਨ ਵਾਲੇ। ਮਹਾਰਾਜ ਕਹਿੰਦੇ ਉਹਨਾਂ ਦੀ ਖੁਸ਼ੀ ਤੋਂ ਬਿਨਾਂ ਦਰਗਾਹ ਵਿੱਚ ਵਾਸਾ ਨਹੀਂ ਹੁੰਦਾ। ਇਸ ਕਰਕੇ ਗੁਰਬਾਣੀ ਦੇ ਅੰਦਰ ਜਿੱਥੇ ਪ੍ਰਭੂ ਦੀ ਉਸਤਤੀ ਹੈ, ਪ੍ਰਭੂ ਦੇ ਨਾਮ ਦੀ ਉਸਤਤੀ ਹੈ, ਨਾਮੀ ਦੀ ਉਸਤਤੀ ਹੈ, ਉੱਥੇ ਨਾਮ ਜਪਣ ਵਾਲੇ ਦੀ ਵੀ ਉਸਤਤੀ ਨਾਲ ਹੀ ਹੈ। ਨਾਮ ਦੀ ਮਹਿਮਾ ਹੈ, ਜਿਹਦਾ ਨਾਮ ਉਹਦੀ ਮਹਿਮਾ ਹੈ, ਤੇ ਜਿਨ੍ਹਾਂ ਨੇ ਨਾਮ ਨੂੰ ਜਪਿਆ ਉਹਨਾਂ ਦੀ ਵੀ ਮਹਿਮਾ ਨਾਲ ਹੀ ਹੈ। ਭਾਵੇਂ ਉਹਨਾਂ ਨੂੰ ਭਗਤ ਆਖਿਆ, ਭਾਵੇਂ ਸੰਤ ਆਖਿਆ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਭਗਤੀ ਕਰਨ ਵਾਲਾ, ਉਹਨਾਂ ਨੂੰ ਪੈਦਾ ਵੀ ਆਪ ਹੀ ਪ੍ਰਭੂ ਨੇ ਕੀਤਾ, ਉਹਨਾਂ ਦੀ ਪੈਜ ਵੀ ਆਪ ਹੀ ਰੱਖੀ। ਤੋ ਇਸ ਕਰਕੇ ਗਰੀਬ ਨਵਾਜ਼ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਵੀ ਬਾਣੀ 'ਚ ਕਹਿ ਦਿੱਤਾ ਵੀ ਨਾਮ ਜਪਣ ਵਾਲੇ ਦੇ ਤੇ ਕੋਲੇ ਜਿਹੜਾ ਬੈਠਾ ਆ ਕੂਕਰ ਵਾ ਨਾ,
ਉਹ ਵੀ ਚੰਗੀ। ਸਾਕਤ ਦੀ ਮਾਂ ਵੀ ਬੁਰੀ ਆ, ਭਗਤ ਕਬੀਰ ਸਾਹਿਬ ਨੇ ਆਖਿਆ। ਕਹਿੰਦੇ ਸਾਧੂ ਦੀ ਤਾਂ ਕੁੱਤੀ ਵੀ ਚੰਗੀ ਆ ਤੇ ਸਾਕਤ ਦੀ ਮਾਂ ਵੀ ਮਾੜੀ ਆ। ਅੰਮ੍ਰਿਤ ਬਾਣੀ 'ਚ ਬਚਨ ਆਇਆ, ਕਬੀਰ ਬੈਸਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੇ ਹਰ ਨਾਮ, ਜਸ ਉਹ ਪਾਪ ਵਿਸਾਹਣ ਜਾਏ। ਕਹਿੰਦੇ ਨਾਮ ਜਪਣ ਵਾਲੇ ਕੋਲੇ ਬੈਠੀ ਹੋਈ ਕੂਕਰ, ਉਹਦੇ ਕੰਨੀ ਤੇ ਨਾਮ ਪੈਂਦਾ ਵਾ, ਤੇ ਸਾਕਤ ਦੀ ਮਾਂ ਪਾਪ ਕਰਦੀ ਫਿਰਦੀ। ਗਰੀਬ ਨਵਾਜ ਕਹਿੰਦੇ ਸਾਹਿਬ ਲੋਕਾਂ ਦੀ ਖੁਸ਼ੀ ਤੋਂ ਬਿਨਾਂ ਦਰਗਾਹ ਵਿੱਚ ਵਾਸਾ ਨਹੀਂ ਹੁੰਦਾ ਹੈ। ਬਿਨ ਸਾਹਿਬ ਦੀ ਬੰਦਗੀ ਪੂਰਾ ਕਰਵਾਸਾ, ਮਾਲਕ ਦੀ ਬੰਦਗੀ ਤੋਂ ਬਿਨਾਂ, ਸਾਹਿਬ ਦੀ ਬੰਦਗੀ ਤੋਂ ਬਿਨਾਂ ਐਵੇਂ ਝੂਠਾ ਹੀ ਦਲਾਸਾ ਜਿਹਾ ਦੇਣਾ ਹੈ। ਦਰਗਾਹ ਵਿੱਚ ਵਾਸਾ ਨਹੀਂ ਮਿਲੇਗਾ, ਝੂਠਾ ਭਰੋਸਾ ਹੈ। ਜੋ ਤੂੰ ਕਰੈ ਗੁਮਾਨ ਜੈ ਜਸ ਕਰ ਸਭ ਮੇਰਾ, ਤੇ ਜੇ ਰੰਗ ਜੇ ਤੂੰ ਇਹ ਗੁਮਾਨ ਕਰਦਾ ਹੋਵੇਂ ਵੀ ਮੇਰਾ ਸਾਰੇ ਜਸ ਕਰਦੇ, ਇਹ ਸਾਰੇ ਮੇਰੀ ਮਹਿਮਾ ਕਰਦੇ ਹਨ। ਇਤ ਕਰ ਬਖਸ਼ਣ ਹੋਏਗੀ ਜਨ ਲੋਭ ਨਾ ਮੇਰਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਤੇਰੇ ਤੇ ਬਖਸ਼ਿਸ਼ ਹੋਣੀ, ਤੂੰ ਇੰਜ ਵੀ ਨਹੀਂ ਬਖਸ਼ਿਆ ਜਾਣਾ। ਜਿਨ੍ਹਾਂ ਨੂੰ ਤੂੰ ਸਮਝਣਾ ਨਾ ਵੀ ਆਹ ਦੁਨੀਆ ਮੇਰਾ ਜਸ ਕਰਦੀ ਹੈ, ਸਾਰੇ ਆਪਣੇ ਲਾਲਚ ਵਾਸਤੇ ਕਰਦੇ ਆ। ਬਿਨਾਂ ਲਾਲਚ ਤੋਂ ਤੇਰਾ ਕੋਈ ਜਸ ਨਹੀਂ ਕਰਦਾ। ਕੋਈ ਤੇਰਾ ਸੂਬੇਦਾਰ, ਕੋਈ ਤੇਰਾ ਮੰਤਰੀ, ਸੰਤਰੀ, ਵਜ਼ੀਰ, ਦੂਜਾ ਤੀਜਾ, ਇਹ ਤਾਂ ਜਦੋਂ ਕੁਰਸੀ ਬਦਲਦੇ ਦੂਜੇ ਦਾ ਜਸ ਕਰਨ ਲੱਗ ਪੈਂਦੇ ਆ। ਇਹ ਤਾਂ ਕੁਰਸੀ ਤੇ ਬੈਠੇ ਨੂੰ ਹੀ ਸਲਾਮਾਂ ਵਾ ਕਿ ਬਾਦਸ਼ਾਹ ਦੀ ਕੁਰਸੀ ਤੇ ਬੈਠਾ। ਵੀ ਨੌਕਰੀ ਹੈ, ਇਹਦੇ ਥੱਲੇ ਕੰਮ ਕਰਨਾ ਪੈਣਾ ਵਾ, ਥੋੜੀ ਬਹੁਤੀ ਇਹਦੀ ਉਸਤਤੀ ਕਰਨੀ ਪੈਣੀ, ਇਹਦੇ ਅੱਗੇ ਹੱਥ ਜੋੜਨੇ ਪੈਣੇ ਵੀ ਨੌਕਰੀ ਕਰਦੇ ਆ ਇਹਦੀ। ਗੱਲ ਤੇ ਆਹ ਹੀ ਆ, ਮਹਾਰਾਜ ਸਾਹਿਬ ਨੇ ਆਖਿਆ ਬਿਨ ਲੋਭ ਨਾ ਹੀਰਾ, ਵੀ ਬਿਨਾਂ ਲੋਭ ਤੋਂ ਨਹੀਂ ਇਹ ਤੇਰਾ ਜਸ ਹੋ ਰਿਹਾ। ਬਿਨਾਂ ਲੋਭ ਤੋਂ, ਬਿਨਾਂ ਲਾਲਚ ਤੋਂ ਜਸ ਹੁੰਦਾ ਰੱਬ ਦੇ ਪਿਆਰਿਆਂ ਦਾ, ਪਰਮੇਸ਼ਰ ਦਾ ਜਸ ਹੁੰਦਾ ਵਾ, ਗੁਰੂ ਸਾਹਿਬਾਂ ਦਾ ਜਸ ਹੁੰਦਾ, ਤੇ ਗੁਰੂ ਕੇ ਪਿਆਰਿਆਂ ਦਾ, ਭਗਤਾਂ ਸੰਤਾਂ ਦਾ ਜਸ ਹੁੰਦਾ, ਜਿਸ ਨੂੰ ਮਹਾਰਾਜ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਆਖਿਆ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਬਾਕੀ ਦੁਨੀਆਦਾਰੀ ਦਾ ਜਿਹੜਾ ਜਸ ਵਾ ਨਾ, ਇਹ ਤਾਂ ਕਿਸੇ ਲਾਲਚ ਦੇ ਅਧੀਨ ਨਹੀਂ ਕੀਤਾ ਜਾਂਦਾ। ਲਾਲਚ ਦੇ ਅਧੀਨ ਆਪਣੇ ਤੋਂ ਵੱਡੇ ਦਾ ਜਸ ਕਰਦਾ, ਉਹ ਆਪਣੇ ਤੋਂ ਵੱਡੇ ਦਾ ਜਸ ਕਰਦਾ, ਉਹਦੇ ਤੋਂ ਉੱਤੇ ਜਿਹੜਾ ਉਹਦਾ ਕਰੀ ਜਾਂਦਾ। ਇਸ ਤਰ੍ਹਾਂ ਉਹ ਸਾਰੀ ਸੰਗਲੀ ਜੀ ਬਣੀ ਹੋਈ, ਤੇ ਉਹ ਜਿਹੜਾ ਆਪਣੇ ਤੋਂ ਥੱਲੇ ਉਹਨੂੰ ਉਹ ਝਿੜਕੀ ਜਾਂਦਾ, ਜਿਹੜਾ ਉਹਦੇ ਥੱਲੇ ਉਹਨੂੰ ਉਹ ਝਿੜਕਾਂ ਮਾਰੀ ਜਾਂਦਾ। ਇਸ ਤਰੀਕੇ ਦੇ ਨਾਲ ਜਿੱਥੇ ਕਿਸੇ ਦਾ ਚੱਲਦਾ ਵਾ ਦਾ ਚਲਾਈ ਜਾਂਦਾ ਅਗਲਾ। ਪਰ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਤੇਰੇ ਮਨ 'ਚ ਭੁਲੇਖਾ ਜਿਹਾ ਪੈਣਾ ਵੀ ਲੋਕ ਮੇਰਾ ਜਸ ਕਰਦੇ ਆ, ਮੇਰੀਆਂ ਫੌਜਾਂ ਮੇਰਾ ਜਸ ਕਰਦੀਆਂ, ਮੇਰੇ ਸਭਾ ਵਾਲੇ ਮੰਤਰੀ ਸੰਤਰੀ ਮੇਰਾ ਜਸ ਕਰਦੇ ਆ, ਜਾਂ ਬਾਕੀ ਸੂਬੇਦਾਰ ਵੀ ਆ ਵਜੀਦ ਖਾਨ ਸਰਹੰਦ ਦਾ ਸੂਬਾ ਜਾਂ ਲਾਹੌਰ ਦਾ ਜੇਰ ਦਸਤ ਖਾਨ, ਬਾਕੀ ਇਹੋ ਜਿਹੇ ਸੂਬੇ ਮੇਰਾ ਜਸ ਕਰਦੇ ਆ, ਪ੍ਰਜਾ ਮੇਰਾ ਜਸ ਕਰਦੀ। ਪਰ ਸਤਿਗੁਰੂ ਕਹਿੰਦੇ ਵੀ ਇਹ ਸਭ ਲਾਲਚ ਦੇ ਅਧੀਨ ਆ, ਕੋਈ ਨਹੀਂ ਤੇਰਾ ਜਸ ਕਰਦਾ। ਆਪੋ ਆਪਣੇ ਕੰਮਾਂ ਕਾਰਾਂ ਵਾਸਤੇ, ਆਪਣੀ ਰੋਜੀ ਰੋਟੀ ਵਾਸਤੇ, ਵੀ ਲਾਲਚ ਦੇ ਵਾਸਤੇ ਇਹ ਤੇਰਾ ਜਸ ਕਰਦੇ ਕੁਝ ਸਮੇਂ ਵਾਸਤੇ। ਲਾਲਚ ਕਰ ਜਾ ਕਰਤ ਤੇ ਤਿਨ ਨਰਕ ਲਿਆਜੀ, ਲਿਜਾਹੀ ਲਾਲਚ ਜਿਹੜਾ ਇਹ ਲਾਲਚ ਦੇ, ਤੂੰ ਵੀ ਲਾਲਚ ਕਰਦਾ ਤੇ ਬਾਕੀ ਵੀ ਸਾਰੇ ਲਾਲਚ ਦੇ ਅਧੀਨ। ਮਹਾਰਾਜ ਕਹਿੰਦੇ ਇਹ ਲਾਲਚ ਜਿਹੜਾ ਵਾ ਨਾ, ਇਹ ਨਰਕ ਲਿਜਾਹੀ, ਇਹ ਨਰਕਾਂ ਵਿੱਚ ਲਿਜਾਂਦਾ ਵਾ। ਲਾਲਚ ਨਰਕਾਂ ਵਿੱਚ ਲੈ ਕੇ ਜਾਂਦਾ। ਜਪਜੀ ਸਾਹਿਬ ਦੇ ਵਿੱਚ ਆਪਾਂ 7ਵੀਂ ਪੌੜੀ ਪੜ੍ਹਦੇ ਹਾਂ ਜਗਤ ਗੁਰੂ ਜੀ ਦੀ ਸਾਧ ਸੰਗਤ, ਜਿਸ ਵਿੱਚ ਮਹਾਰਾਜ ਸਾਹਿਬ ਜੀ ਨੇ ਵੱਡੀ ਉਮਰ ਦਾ ਜ਼ਿਕਰ ਕੀਤਾ ਤੇ ਜਸ ਦਾ ਵੀ ਜ਼ਿਕਰ ਕੀਤਾ। ਦੋ ਤਿੰਨ ਇੱਛਾਵਾਂ ਮਨੁੱਖ ਦੀਆਂ ਇਹ ਜਾਂਦੀਆਂ। ਇੱਕ ਤੇ ਇਹ ਆ ਕਿ ਮੇਰੀ ਉਮਰ ਵੱਡੀ ਹੋਵੇ, ਹਰ ਇੱਕ ਦੀ ਇੱਛਾ ਵੀ ਮੈਂ ਮਰਾਂ ਨਾ ਛੇਤੀ, ਮੇਰੀ ਉਮਰ ਜ਼ਿਆਦਾ ਹੋਣੀ ਚਾਹੀਦੀ। ਦੂਜੀ ਇਹ ਆ ਵੀ ਮੇਰਾ ਜਸ ਹੋਣਾ ਚਾਹੀਦਾ। ਤੇ ਤੀਜੀ ਇੱਕ ਇੱਛਾ ਇਹ ਆ ਕਿ ਮੇਰੀ ਮਸ਼ਹੂਰੀ ਹੋਣੀ ਚਾਹੀਦੀ ਚਾਰ ਚੁਫੇਰੇ, ਕਿ ਲੋਕ ਮੈਨੂੰ ਜਾਣਨ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਵੀ ਜੇ ਤੇਰੀ ਏਡੀ ਵੱਡੀ ਉਮਰ ਹੋ ਜੇ, ਜੇ ਸਿੱਧਾ ਨਾਲ ਗੱਲ ਹੋਈ ਸੀ ਗੁਰੂ ਸਾਹਿਬ ਦੀ, ਸਿੱਧਾ ਨੇ ਜੋ ਕੁਝ ਆਖਿਆ ਸੀ, ਮਹਾਰਾਜ ਨੂੰ ਆਖਿਆ ਸੀ ਯੋਗਾ ਅਭਿਆਸ ਕਰਕੇ ਤੁਹਾਡੀ ਉਮਰ ਵੱਡੀ ਹੋ ਜਾਊ ਜੀ। ਸਤਿਗੁਰੂ ਕਹਿੰਦੇ ਕਿੱਡੀ ਕੁ?
ਕਹਿੰਦੇ ਜੇ ਇਨਸਾਨ ਦੀ 4 ਯੁੱਗਾਂ ਦੀ ਵੀ ਉਮਰ ਹੋ ਜਾਵੇ ਤੇ 4 ਯੁੱਗਾਂ ਤੋਂ ਵੀ 10 ਗੁਣਾ ਜ਼ਿਆਦੀ ਹੋ ਜਾਵੇ, ਨਾਲ ਜੇ ਪਾਇਆ, ਜੇ ਮਤਲਬ ਹੋਈ ਨਹੀਂ, ਜੇ ਹੋ ਜਾਵੇ। ਜੇ ਉੱਥੇ ਲਾਇਆ ਜਾਂਦਾ ਵਾ ਜਿੱਥੇ ਵੀ ਜੇ ਮੰਨ ਲਓ ਵੀ ਜੇ ਹੋ ਜਾਵੇ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਹੋਰ 10 ਗੁਣਾ ਜ਼ਿਆਦੀ ਹੋ ਜਾਵੇ ਕਿਸੇ ਮਨੁੱਖ ਦੀ ਉਮਰ, 40 ਯੁੱਗਾਂ ਦੀ ਉਮਰ ਹੋ ਜਾਵੇ, 40 ਯੁੱਗਾਂ, 4 ਯੁੱਗਾਂ ਤੋਂ 10 ਗੁਣਾ ਜ਼ਿਆਦੀ 40 ਯੁੱਗਾਂ। ਤੇ ਮਹਾਰਾਜ ਕਹਿੰਦੇ ਵੀ ਪ੍ਰਸਿੱਧੀ ਇੰਨੀ ਹੋਵੇ ਕਿ 9 ਖੰਡਾਂ ਦੀ ਸਾਰੀ ਧਰਤੀ ਤੇ ਪਛਾਣਿਆ ਜਾਵੇ, ਜਾਣਿਆ ਜਾਵੇ, ਇੰਨਾ ਮਸ਼ਹੂਰ ਹੋ ਜਾਵੇ। ਤੇ ਸਾਰੇ ਨਾਲ ਤੁਰਨ, ਜਿੱਧਰ ਨੂੰ ਜਾਵੇ ਲੋਕ ਨਾਲ ਤੁਰ ਪਿਆ ਕਰਨ। ਹੁੰਦੀ ਹੈ ਨਾ ਇੱਛਾ ਵੀ ਮੈਨੂੰ ਜੀ ਆਇਆ ਵੀ ਆਖਣ ਤੇ ਬਾਅਦ ਵਿੱਚ ਮੈਨੂੰ ਤੋਰਨ ਵਾਸਤੇ ਵੀ ਜਾਣ। ਮਹਾਰਾਜ ਕਹਿੰਦੇ ਜਿੱਧਰ ਜਾਵੇ ਨਾਲ ਸਾਰੀ ਦੁਨੀਆ ਨਾਲ ਹੀ ਤੁਰ ਪਵੇ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ, ਨਾਲ ਚੱਲੇ ਸਭ ਕੋਏ, ਸਾਰੇ ਨਾਲ ਤੁਰ ਪੈਣ। ਫਿਰ ਨਾਮ ਹੀ ਆਪਣਾ ਬੜਾ ਚੰਗਾ ਰਖਾ ਲਵੇ, ਵੱਡਾ ਸਾਰਾ ਲੰਮਾ ਮੋਟਾ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ। ਇੱਥੇ ਜਸ ਤੇ ਕੀਰਤ ਦੋ ਆਖੇ ਸਾਧ ਸੰਗਤ। ਜੱਗ ਦੇ ਵਿੱਚੋਂ ਜਸ ਵੀ ਲਵੇ ਤੇ ਕੀਰਤ ਵੀ ਲਵੇ। ਜਸ ਹੁੰਦਾ ਜਿਹੜਾ ਮੂੰਹ ਤੇ ਕੀਤਾ ਜਾਵੇ, ਕੀਰਤੀ ਹੁੰਦੀ ਜਿਹੜੀ ਪਿੱਠ ਪਿੱਛੇ ਕੀਤੀ ਜਾਵੇ, ਵੀ ਇਨਸਾਨ ਉੱਥੋਂ ਚਲੇ ਜਾਵੇ ਤੇ ਫਿਰ ਵੀ ਉਹਦਾ ਜਸ ਹੋਵੇ, ਉਹਨੂੰ ਕੀਰਤੀ ਆਖੇ। ਹਰ ਇੱਕ ਦੀ ਹੁੰਦੀ ਨਹੀਂ ਉਹ ਤਾਂ ਜਸ, ਕਈ ਵਾਰੀ ਕਈਆਂ ਨੂੰ ਕਰਨਾ ਪੈਂਦਾ ਵਾ ਮੂੰਹ ਤੇ, ਪਰ ਜਦੋਂ ਚਲੇ ਜਾਂਦਾ ਬਾਅਦ ਵਿੱਚ ਉਹਨੂੰ ਹੀ ਮਾੜਾ ਕਹਿੰਦੇ ਵੀ ਮੂੰਹ ਤੇ ਤਾਂ ਕੰਮ ਲੈਣਾ ਸੀ, ਕਹਿਣਾ ਪੈਣਾ ਸੀ, ਹੈ ਨਹੀਂ ਇੰਨੀ ਜੋਗਾ ਹੈ, ਇੰਨੀ ਜੋਗਾ ਹੈ ਨਹੀਂ ਇਹ, ਪਰ ਕਹਿੰਦੇ ਵੀ ਕੀ ਕਰੀਏ ਹੁਣ, ਮਾਰੀ ਦੇ ਕਰਨਾ ਪੈਂਦਾ। ਪਰ ਸਤਿਗੁਰੂ ਕਹਿੰਦੇ ਜੇ ਇਸ ਤਰ੍ਹਾਂ ਵੀ ਹੋ ਜਾਵੇ, ਮੂੰਹ ਤੇ ਵੀ ਜਸ ਹੋਣ ਲੱਗ ਪਵੇ, ਪਿੱਠ ਪਿੱਛੇ ਵੀ ਹੋਣ ਲੱਗ ਪਵੇ, ਜਸ ਕੀਰਤ ਜਗ ਲੈ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਨਹੀਂ ਵੀ ਇਹ ਰੱਬ ਦੀ ਨਿਗਾਹ 'ਚ ਆ ਗਿਆ। ਦੁਨੀਆ ਇਸੇ ਨੂੰ ਕਹਿੰਦੀ ਆ ਕਿ ਵੇਖੋ ਇਹਦੇ ਤੱਕ ਕਿਰਪਾ ਜੀ, ਵੀ ਇੰਨੀ ਇਹਦੀ ਮਸ਼ਹੂਰੀ ਹੋ ਗਈ, ਇੰਨਾ ਇਹਦਾ ਜਸ ਹੋ ਗਿਆ, ਇੰਨੀ ਇਹਦੀ ਜਾਣ ਪਛਾਣ ਹੋ ਗਈ, ਇੰਨਾ ਇਹਦਾ ਜਸ ਹੋ ਰਿਹਾ, ਇੰਨੀ ਦੁਨੀਆ ਇਹਦੇ ਅੱਗੇ ਪਿੱਛੇ ਭੱਜੀ ਫਿਰਦੀ। ਸਤਿਗੁਰੂ ਨਾਨਕ ਸਾਹਿਬ ਨੇ ਆਖਿਆ ਇਹਦਾ ਇੰਨਾ ਕੁਝ ਹੋਣ ਨਾਲ ਜ਼ਰੂਰੀ ਨਹੀਂ ਵੀ ਰੱਬ ਦੀ ਨਿਗਾਹ 'ਚ ਵੀ ਆ ਗਿਆ ਹੈ। ਜੇ ਇੰਨਾ ਕੁਝ ਹੁੰਦਿਆਂ ਵੀ ਪ੍ਰਭੂ ਦੀ ਨਿਗਾਹ ਵਿੱਚ ਨਹੀਂ ਇਹ ਆਇਆ, ਇਹਨੇ ਉਹੋ ਜਿਹਾ ਕਰਮ ਨਹੀਂ ਕੀਤਾ, ਉਹਦੀ ਨਿਗਾਹ 'ਚ ਤਾਂ ਆਉਣਾ ਜੇ ਉਹਦੀ ਬੰਦਗੀ ਕਰੂਗਾ, ਜੇ ਨਾਮ ਜਪੇਗਾ, ਚੰਗੇ ਕਰਮ ਕਰੇਗਾ, ਫਿਰ ਨਿਗਾਹ ਵਿੱਚ ਆਵੇਗਾ। ਨਹੀਂ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਦੁਨੀਆ ਦੀ ਨਿਗਾਹ ਵਿੱਚ ਹੈ, ਸੰਸਾਰ ਦੀ ਨਿਗਾਹ ਵਿੱਚ ਹੈ, ਪਰ ਨਿਰੰਕਾਰ ਦੀ ਨਿਗਾਹ 'ਚ ਨਹੀਂ। ਅੱਗੇ ਬਚਨ ਮਹਾਰਾਜ ਨੇ ਕੀਤਾ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਜੇ ਪ੍ਰਭੂ ਦੀ ਨਿਗਾਹ ਵਿੱਚ ਇਹ ਨਾ ਆਇਆ, ਇਹਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹਨੂੰ ਕੀੜਿਆਂ ਦੇ ਵਿੱਚ ਕੀੜਾ ਬਣਾਇਆ ਜਾਵੇਗਾ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਜਿਹੜੇ ਆਪ ਦੋਸ਼ੀ ਆ ਉਹ ਵੀ ਇਹਦੇ ਤੇ ਦੋਸ਼ ਰੋਪਣਗੇ। ਇਸ ਤਰ੍ਹਾਂ ਦੀ ਇਹਦੀ ਹਾਲਤ ਹੋਵੇਗੀ। ਇਸ ਕਰਕੇ ਗੁਰਮੁਖਾਂ ਨੇ ਕਥਨ ਕੀਤਾ ਹੈ ਕਿ ਸੰਸਾਰ ਦੀ ਨਿਗਾਹ ਵਿੱਚ ਆਉਣ ਵਾਸਤੇ ਬੰਦੇ ਨੂੰ ਤਾਂ ਉੱਠਣਾ ਪੈਂਦਾ, ਉੱਚਾ ਹੋਣਾ ਪੈਂਦਾ ਵੀ ਆਪਣੇ ਪਿੰਡ 'ਚ ਹੁਣ ਸ਼ਹਿਰ 'ਚ ਚੱਲ ਗਏ, ਸ਼ਹਿਰ 'ਚ ਹੁਣ ਜ਼ਿਲ੍ਹੇ 'ਚ ਚੱਲ ਗਏ, ਹੁਣ ਉਦੋਂ ਵੱਡੀ ਕੁਰਸੀ ਤੇ ਚੱਲ ਗਏ। ਫਿਰ ਆਉਂਦਾ ਸੰਸਾਰ ਦੀ ਨਿਗਾਹ 'ਚ, ਤੇ ਨਿਰੰਕਾਰ ਦੀ ਨਿਗਾਹ ਵਿੱਚ ਆਉਣ ਵਾਸਤੇ ਇਹਨੂੰ ਨੀਵਾਂ ਹੋਣਾ ਪੈਂਦਾ, ਝੁਕ ਕੇ ਆਉਣਾ ਪੈਂਦਾ। ਤਾਂ ਹੀ ਮਹਾਰਾਜ ਨੇ ਆਖਿਆ ਵੀ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਬਣ ਜਾ, ਸਭ ਤੋਂ ਨੀਵਾਂ ਹੋ ਜਾ। ਨੀਵਾਂ ਹੋਣ ਤੋਂ ਅੱਗੇ ਤੇ ਮਹਾਰਾਜ ਨੇ ਤਾਂ ਇੱਥੋਂ ਤੇ ਕਹਿ ਦਿੱਤਾ ਵੀ ਮਾਰੀ ਜਾ। ਮਰਨਾ ਆਖਿਆ, ਪਹਿਲਾਂ ਮਰਨ ਕਬੂਲ। ਮਰਨ ਤੋਂ ਭਾਵ ਇਹ ਹੈ ਵੀ ਆਪਣੇ ਉਹਦੇ ਆਦੇ ਦਾ ਮਾਣ ਛੱਡਦੇ, ਹੰਕਾਰ ਛੱਡਦੇ, ਜਿਹੜਾ ਉੱਚਾ ਪਾਉਣਾ ਵੀ ਮੈਂ ਫਲਾਨਾ ਅਫਸਰ ਤੇ ਦੂਜਾ ਤੀਜਾ, ਵੀ ਨੀਵਾਂ ਹੋ ਕੇ ਆ, ਆਪਣੇ ਹੰਕਾਰ ਨੂੰ ਖਤਮ ਕਰ। ਤਾਂ ਆਖਿਆ ਤੂੰ ਮੁਰੀਦ ਬਣ ਸਕਦਾ ਜੇ ਮੁਰਦਾ ਹੋਵੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਕਥਨ ਕੀਤਾ, ਸਿੱਖ ਦੀ ਵਿਆਖਿਆ ਕਰਦੇ ਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ। ਕਹਿੰਦੇ ਗੱਲਾਂ ਨਾਲ ਤੇ ਸਾਰੇ ਹੀ ਮੁਰੀਦ ਆ,
पर असल विच मुरीद हुंदा जिहड़ा मुर्दा हो जाए, नीवा हो जाए। ये बाहरी शरीरक मौत की गल नहीं, बाहरों मरण की नहीं, क्योंकि मौत भी एक तरह की नहीं। ये महाराज कहते अंदरों मर, मरण तो भाव अपने हंकार नूं छड्ड। तो इत्थे गरीब नवाज साहब जी बचन कर रहे हैं कि जेड़ा तेनू ये भुलेखा है ना कि ये मेरा जस करते पे आ, ये तां अपने लालच के वस विच जस करदे ते तैनू भी लालच है। ये लालच जेड़ा है नरकां नूं लैके जांदा है। ते जेड़े रब तो मुनकर हो गए, प्रभु की बंदगी नहीं करते, उन्होंने बहुतियां सजावां मिलदियां हन। ते जेड़ा तू समझदा है ना कि वो साहिब सतार है, मालिक जेड़ा वो पर्दे कजन वाला है, ते मेरे ते बख्शिश कर देवेगा। आख्या है सो साहिब दी सिफत है, वो कहार भी है ते सतार भी है। ਇਹਦਾ ਭਾਵ ਇਹ ਹੈ ਵੀ ਜਿਸ ਤਰ੍ਹਾਂ ਦਾ ਜੀਵ ਹੈ ਨਾ, ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਸ ਤਰ੍ਹਾਂ ਦਾ ਉਹ ਪਰਮੇਸ਼ਰ ਵਾਹਿਗੁਰੂ ਜੀ ਉਸ ਤਰ੍ਹਾਂ ਦੀ ਬਖਸ਼ਿਸ਼ ਕਰਦੇ ਆ, ਉਹੋ ਜਿਹਾ ਫਲ ਦਿੰਦੇ ਜਿਹੋ ਜਿਹਾ ਕੋਈ ਕਰਮ ਕਰਨ ਵਾਲਾ ਹੈ। ਤੁਝ ਨੇ ਕਿਸਕੇ ਉਪਰੇ ਆਖਿਆ ਵੀ ਤੂੰ ਕਿਹਦੇ ਉੱਤੇ ਇਹ ਮਨਸਾ ਧਾਰੀ ਹੋਈ ਹੈ, ਮਨ ਦੀ ਇੱਛਾ ਜਿਹੜੀ ਧਾਰੀ ਹੋਈ ਹੈ। इत्थे जाकर के खोलिया है कवि जी ने कि कलगीधर पातशाह कहन लगे कि जिन्हें आप कहर किया उहदे ते भी कहर ही हुंदा, ते जिसने किसी दा पर्दा कज्जिया उहदे फिर पर्दे कज्जे जाते। गुरबाणी दे विच बचन आउंदा एक, क्या मोह लै कीचे अरदास, पाप पुण्य दोए साखी पास। अरदास करनी हर एक का धर्म है, गुरु जी के चरणों च अरदास करनी चाहिए है, पर इन्हां पंक्तियां के अर्थ ये हैं क्या मोह लै कीचे अरदास, पाप पुण्य दोए साथी पास। कि बंदिया केड़ा मोह लै करके परमेश्वर अगे अरदास करदा पिया वां, तेरे आउण तो पहला तेरे कीते पाप ते पुण्य परमेश्वर कोले पहला गवाह पए। कई बारी ऐसा हुंदा है ना भी जिद जी करके बंदा कही जाता कि महाराज मैनू बख्श लै बख्श लै बख्श लै, ते ओहदा महाराज साहब कहंदे भी जदों तेरे भी कोई कोले आउंदा तूं भी तां किसे नूं बख्श दिया करना, भी आप तां किसे नूं बख्शदा नहीं, ते सानूं कही जांदा भी बख्श लै, तूं भी तां जिथों तक तूं बख्शण जोगा तूं भी तां जिंदगी च किसे नूं बख्शना, भी आप भी किसे नूं बख्श। ਇਹਦਾ ਇਹੀ है बचन, ਕਹਿੰਦੇ भी ਜਿਹੜਾ ਕਹਿਰ ਕਰਦਾ ਉਹਨੂੰ ਕਹਿਰ ਹੀ ਮਿਲਦਾ, ਜਿਹੜਾ ਕਿਸੇ ਦਾ ਪਰਦਾ ਕੱਜਦਾ ਉਹਦਾ ਪਰਦਾ ਕੱਜਿਆ ਜਾਂਦਾ। ਵੀ ਜੇ ਆਪ ਪਾਪ ਕੀਤੇ ਆ ਤੇ ਪਾਪਾਂ ਦਾ ਫਲ ਜਿਹੜਾ ਉਹ ਦੁੱਖ ਹੀ ਮਿਲਣਾ। ਜੇ ਆਪ ਤਾਂ ਕਿਸੇ ਦਾ ਜ਼ਿੰਦਗੀ 'ਚ ਪਰਦਾ ਕੱਜਿਆ ਨਹੀਂ, ਕਿਸੇ ਦਾ ਭਲਾ ਕੀਤਾ ਨਹੀਂ, ਤੇ ਆਖੇ ਮੇਰਾ ਭਲਾ ਹੋ ਜੇ, ਫਿਰ ਭਲਾ ਕਿਵੇਂ ਹੋਵੇ। ਤੇ ਜੇ ਕਿਸੇ ਦਾ ਪਰਦਾ ਕੱਜਿਆ ਹੈ ਤੇ ਫਿਰ ਉਹਦਾ ਪਰਦਾ ਕੱਜਿਆ ਜਾਂਦਾ ਹੈ। महाराज कहते जे तू ये समझना ना भी खुदा परमेश्वर वो पर्दे कजन वाला है, पर पर्दे उन्हां दे कजदा वा जिन्हां ने आप भी किसी दे कजे, भाव जेड़े ओहदे राह ते चले, जिन्हां ने ओहदी बंदगी कीती आ ते किसी दा भला कीता वा, ओहदा फिर वो खुदा भी भला करदा। विच दुनिया सेव कमाईया तां दरगह बैसन पाईया, ते जिन्हां ने आप इत्थे कहर कीता है उन्होंने फिर वो भी कहर वालों की मिलता है। कलगीधर पातशाह कहते हे औरंगजेब, जेड़ा आप तां किकर बीजे ते आखे कि मैनू हुण अंब मिल जाण, इस तरह नहीं हुंदा। भावे दा भी जिहो जे बंदा कर्म करदा उहो जिहा उहनूं फल प्राप्त हुंदा। बाबा सेठ फरीद साहब जी ने भी आख्या ना, कहंदे भी ये जीव ये जट जिमीदार बीजदा ते किकरां है, ते चाहुंदा है मैनूं दाखां मिल जाण, अंगूर मिल जाण बजौर देश। कत दा ते उन्न है ते चाहुंदा है कि रेशम पा लवां रेशम।
पर किवें हो सकता है? जे किकरां दे बीज बीजे है तो फिर किकरां ही उगणियां ते कंडे ही लगने उन्हां नूं। जे अंगूरां दी वेल बीजी है तो अंगूर लगणगे। जे रेशम कत्तिया तो रेशम पावेंगा, जे कत्ती उन्न वा ते रेशम किवें मिल जावेगा? बाबा फरीद साहब जी का श्लोक है, आपां सारे पढ़ लईए, गुरु जी के चरनां च हाजरी लाइए। फरीदा लोड़ दाख बेजारियां, लोड़ दाख बेजारियां, ਲੋੜ ਦਾਖ ਬਿਜਾਰੀਆਂ, ਲੋੜ ਦਾਖ ਬਿਜਾਰੀਆਂ। किकर बीजै जट, किकर बीजै जट, ਬੀਜੈ ਜੱਟ, ਕਰ ਬੀਜੈ ਜੱਟ। हंडै उन्नक दाए दा, हंडै उन्नक दाए दा, ਮੈਂ ਉਨਕ ਤਾਏਗਾ, ਮੈਂ ਉਨਕ ਤਾਏਗਾ। पैदा लोड़ै पट, पैदा लोड़ै पट, ਪੈਦਾ ਲੋੜੈ ਪੱਟ, ਪੈਦਾ ਲੋੜੈ ਪੱਟ। आसा की वार दे विच महाराज ने भजन कीता कि बीज दा जहर ते मंगदा अमृत है। ये कोई न्याय थोड़ा, ये कोई फैसला थोड़ा। बीजे बेख मंगे अमृत, वेख होए हो न्याय। कि काम माड़े करदा वा ते कहंदा भी मेरा भला हो, कि जे भले वाला काम करेगा तो भला होगा, जे चंगियाई बीजेगा तो फिर ही है। नाम का बीज बीजेगा तो फिर भला होगा। सतगुरां ने बहुत बचन कहे अमृत बाणी दे विच ऐसे, जिवें गरीब नवाज कहंदे कतक दे महीने द्वारा भी, कतक कर्म कमावणे दोष ना काहू जोग। कि जिहो जिहा कर्म कमाउंदा उहो जिहे फल मिलदे, फिर दोष किसे नूं देना योग नहीं, ठीक नहीं। इसे तरह दत्तै दोष ना देऊ किसै, दोष कर्मा अपनिया, जो मैं किया सो मैं पाया, दोष ना दीजै अवर जना। कि जो कीता उहदा फल पाया। भगत त्रिलोचन जी का भी बचन है, नारायण निंद सकाए, अपनी पत्नी नूं कहंदे भी नारायण नूं क्यों निंददी? नारायण निंद सकाए भूली गवारी, दुखरित सुखरित थारो कर्मरी। कहंदे दुख सुख तेरे कर्मां दा ही आ, जिहो जे तू कर्म कीते, तू बीज आप ही बीजिया, इस करके वढना भी तैनूं ही पैना। आ दुनिया दे विच परिवार दे मैंबर इकट्ठे आ कि कोई बीज लवे ते कोई वढ लवे, इस तरह चल जांदा। किसे ने फसल बीजी आ, दूजा भरा वढ लैंदा वा वढण दे टाइम ते, वढण दे समय पक्की आ। किसे ने बीजिया सी, किसे ने वढ लिया। पर महाराज कहंदे भी जिहड़े शरीर रूपी खेत दे विच, इस जमीन विच जिहड़े कर्मां दी खेती बीजनी आ, ये बीजनी भी आप आ ते वढणी भी आप। ये नहीं कि दूजा वढेगा, ये तां पाप कमावदे आ, तेरा कोई ना बेली राम, दूजे ने बेली नहीं बनना। ये तां एह कर करे सो एह कर पाए, कोई ना पकड़िया किसे थां। ये तां आपे बीज आपे ही खाओ, आपे बीजी है ते आप ही खानी पैनी। इस करके महाराज कहंदे खेत शरीर जो बीजी है सो अंक खलोआ आए। किकर बीज के अंब नहीं मिलते कदे भी, जैसा बीजै सो लुणै, सो करिए आपी। ते जिहो जिहा कोई बीज बीजदा है, ਉਹਨੂੰ ਲੁਣੇ ਤੋਂ ਭਾਵ ਹੈ ਉਹੀ ਕੁਝ ਵੱਢਣਾ ਪੈਂਦਾ, ਉਹ ਕੁਝ ਉਹਨੂੰ। ਇਸ ਕਰਕੇ ਉਹ ਕਰਤਾਰ ਪਰਮੇਸ਼ਰ ਵਾਹਿਗੁਰੂ ਉਸੇ ਦੇ ਪਰਦੇ ਕੱਜਦਾ ਹੈ ਜਿਨੇ ਆਪ ਵੀ ਚੰਗੇ ਕੰਮ ਕੀਤੇ। ਉਸ ਜੀਵ ਜਿਨੇ ਆਪ ਕਹਿਰ ਕੀਤਾ ਹੈ ਉਹਦੇ ਉਹ ਪਰਦੇ ਨਹੀਂ ਕੱਜਦਾ। ਇਸ ਕਰਕੇ ਉਹ ਰੰਗ ਜੇ ਤੂੰ ਆਪ ਨਹੀਂ ਪਰਦੇ ਕੱਜੇ, ਤੂੰ ਆਪ ਤਾਂ ਕਹਿਰ ਕੀਤਾ ਹੈ, जुल्म कीता है। इस करके जो बीजिया वो तेनू वढना पैना आप नूं। बदला लेवे खालसा छोड़े कबनाई। ते महाराज कहंदे बाकी जिहड़े तेरे थापे होए सूबेदार ते होर तेरे मंत्री
ਵਜ਼ੀਰ ਐਲਕਾਰ ਉਹਨਾਂ ਤੋਂ ਸਾਡਾ ਖਾਲਸਾ ਹਿਸਾਬ ਕਿਤਾਬ ਲਵੇਗਾ, ਕਦੇ ਛੱਡੇਗਾ ਨਹੀਂ। ਖਾਲਸਾ ਸਾਰਾ ਲੇਖਾ ਜੋਖਾ ਪੂਰਾ ਕਰੇਗਾ। ਜੇ ਤਕ ਦੁੱਖ ਕਿਸ ਦੇਵੋਗੇ ਤੇ ਤਕ ਸੋ ਪਾਵੀ। ਜਿੰਨੇ ਕਿਸੇ ਨੂੰ ਦੁੱਖ ਦਿਓਗੇ ਉਹਨੇ ਪਾਉਣੇ ਪੈਣਗੇ। ਔਰੰਗਜ਼ੇਬ ਜਿੰਨੇ ਤੂੰ ਦੁੱਖ ਦਿੱਤੇ ਆ ਨਾ, ਜਿਹਨੂੰ ਜਿਹਨੂੰ ਦਿੱਤੇ ਆ, ਉਹ ਤੈਨੂੰ ਆਪ ਨੂੰ ਪਾਉਣੇ ਪੈਣੇ, ਤੈਨੂੰ ਭੁਗਤਣੇ ਪੈਣੇ ਹਨ। ਗਜਲ ਰੁਬਾਈ ਗੱਲ ਲਿਖੀ ਪੈਗੰਬਰ ਪੁੰਜਾ। ਮਹਾਰਾਜ ਕਹਿੰਦੇ ਇਸ ਗੱਲ ਦੇ ਉੱਤੇ ਪੈਗੰਬਰਾਂ ਨੇ, ਬਹੁਤਿਆਂ ਨੇ ਗਜ਼ਲਾਂ ਲਿਖੀਆਂ ਹੋਈਆਂ, ਰੁਬਾਈਆਂ ਲਿਖੀਆਂ ਹੋਈਆਂ। ਤੂੰ ਪੜ੍ਹ ਕੇ ਵੇਖ ਲਾ ਆਪਣੇ ਧਰਮ ਦੇ ਵਿੱਚ। ਓਏ ਸਹਾਇਕ ਕੋ ਨਹੀਂ ਇਮਾਨ ਪਰ ਪੰਜਾ। ਤੇ ਭਾਵੇਂ ਹੁਣ ਤੂੰ ਇਹ ਵੀ ਖਿਆਲ ਕਰਦਾ ਹੋਵੇਂ ਵੀ ਮੈਂ ਗਜ਼ਲਾਂ ਤੇ ਰੁਬਾਈਆਂ ਦਾ ਪਾਠ ਕਰਦਾ, ਮੈਂ ਨਵਾਜ਼ਾਂ ਪੜ੍ਹਦਾ, ਪਰ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਤੂੰ ਧਰਮ ਨੂੰ ਤੋੜਿਆ ਹੋਇਆ, ਤੂੰ ਈਮਾਨ ਪਰਪੰਜਾ ਨਾਮ ਤੋੜਿਆ ਹੈ, ਭੰਨਿਆ ਹੈ। ਤੂੰ ਆਪਣੇ ਦੀਨ ਈਮਾਨ ਨੂੰ ਤੋੜਿਆ ਹੈ। ਤੂੰ ਕਸਮਾਂ ਖਾ ਕੇ ਮੁਕਰਿਆ ਹੈ ਤੇ ਪੈਰ ਪੈਰ ਤੇ ਤੂੰ ਸਾਧੂਆਂ ਫਕੀਰਾਂ ਦੇ ਨਾਲ ਜ਼ੁਲਮ ਕੀਤੇ ਆ। ਇਸ ਕਰਕੇ ਤੇਰੀ ਸਹਾਇਤਾ ਕਿਸੇ ਪੈਗੰਬਰ ਨੇ ਨਹੀਂ ਕਰਨੀ। ਜਿਨ ਕੋ ਬੜ ਦਰਦ ਕਰੇ ਨਿਜ ਲਖਾ ਟਿਠਾਈ। ਤੇ ਜਿਨ੍ਹਾਂ ਨੂੰ ਪੜ ਪੜ ਕੇ ਤੂੰ ਹੰਕਾਰ ਕਰਦਾ ਹੈ ਨਾ, ਤੇ ਢੀਠਤਾਈ ਕਰਦਾ ਹੈ ਕਿ ਮੈਂ ਤੇ ਬੜਾ ਪੱਕਾ ਨਿਵਾਜੀ ਹਾਂ। ਸਤਿਗੁਰੂ ਕਹਿੰਦੇ ਤੇਰੀ ਕਿਸੇ ਨੇ ਰੱਖਿਆ ਨਹੀਂ ਕਰਨੀ ਹੈ। ਇਹ ਤੇਰੀ ਮੂਰਖਤਾਈ ਹੈ, ਤੇਰੀ ਢੀਠਤਾਈ ਹੈ। ਤੂੰ ਐਵੇਂ ਹੱਠ ਕੀਤਾ ਹੋਇਆ ਖੋਟਾ। ਮਰੇ ਬਸੂਰਤ ਸਮਝ ਕੇ ਗੁਰ ਲਿਖ ਸਮਝਾਈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਜਫਰਨਾਮੇ ਵਿੱਚ ਬਹੁਤ ਲਾਹਣਤਾਂ ਪਾਈਆਂ ਔਰੰਗਜ਼ੇਬ ਵੀ ਤੂੰ ਝੂਰਦਾ ਹੋਇਆ ਮਰੇਗਾ। ਸਮਝ ਲੈ ਇਸ ਗੱਲ ਨੂੰ, ਤੂੰ ਝੂਰ ਝੂਰ ਕੇ ਪਛਤਾਪ ਕਰਦਾ ਹੋਇਆ ਮਰੇਗਾ। ਇਸ ਤੋਂ ਆਦਿਕ ਬਹੁਤੇ ਜਿਹੜੇ ਬਚਨ ਹਨ ਉਹ ਜਫਰਨਾਮੇ ਵਿੱਚ ਮਹਾਰਾਜ ਸਾਹਿਬ ਜੀ ਨੇ ਲਿਖ ਦਿੱਤੇ। ਇਸ ਪ੍ਰਕਾਰ ਲਿਖ ਸਤਿਗੁਰੂ ਤੁਰਕ ਤਰਕ ਸਮਝਾਏ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਜਫਰਨਾਮਾ ਲਿਖਿਆ। ਔਰੰਗਜ਼ੇਬ ਤੁਰਕ ਨੂੰ ਬਹੁਤੀਆਂ ਤਰਕਾਂ ਦੇ ਨਾਲ, ਗਰੀਬ ਨਵਾਜ ਨੇ ਦਲੀਲਾਂ ਦੇ ਨਾਲ ਸਮਝਾਉਣਾ ਕੀਤਾ। ਪਿਛੇ ਅਮਲ ਤਰੀਫ ਲਿਖ ਜਿਸ ਪਟ ਗੁਰ ਜਰ ਜਾਏ। ਤੇ ਪਿਛਲੇ ਪਾਸੇ ਇਹ ਦਲੀਲ ਦੇ ਮਗਰੋਂ ਸਤਿਗੁਰੂ ਸਾਹਿਬ ਜੀ ਨੇ ਫਿਰ ਸ਼ੁਭ ਗੱਲਾਂ ਅਮਲ ਕਰਨ ਦੀ ਮਹਿਮਾ ਲਿਖੀ, ਜਿਸ ਨੂੰ ਇਹ ਪੜ੍ਹ ਕਰਕੇ ਇਹਦਾ ਹਿਰਦਾ ਸੜੇ। ਨਿਸ਼ਾਨੀ ਸੰਗ ਪੜੀ ਕਰਤ ਰਹਿਓ ਲਖ ਭਲੀ ਸੋ ਹਰ ਸਰਾ ਚਲਾਈ। ਕਰਤ ਰਹਿਓ ਲਖ ਭਲੀ ਜੋ ਹਰ ਸ਼ਰਾ ਚਲਾਈ। ਜੋ ਤੂੰ ਆਪਣੇ ਵੱਲੋਂ ਚੰਗੀ ਗੱਲ ਸਮਝ ਕਰਕੇ ਕਰਦਾ ਰਿਹਾ ਹੈ, ਸ਼ਰਾ ਵਿੱਚ ਲੋਕਾਂ ਨੂੰ ਜ਼ਬਰਦਸਤੀ ਚਲਾਉਂਦਾ ਰਿਹਾ ਹੈ ਤੇ ਸਮਝਦਾ ਰਿਹਾ ਹੈ ਕਿ ਮੈਂ ਇਹ ਭਲੀ ਕੀਤੀ ਹੈ। ਨਿਜ ਤੋਂ ਕਰਜੇ ਤਾਂ ਸਭ ਤੇ ਕਰਵਾਈ। ਤਾਂ ਮਹਾਰਾਜ ਕਹਿੰਦੇ ਕਿ ਤੂੰ ਆਪਣੇ ਜ਼ੋਰ ਦੇ ਨਾਲ, ਹੁਕਮ ਦੇ ਨਾਲ ਸਾਰਿਆਂ ਤੋਂ ਆਪਣੀ ਗੱਲ ਮਨਵਾਉਂਦਾ ਰਿਹਾ ਹੈ। ਕਰਤ ਰਹਿਓ ਮੈਂ ਅਮਰ ਸੁਭ ਇਮ ਧਰੈ ਗੁਮਾਨਾ। ਤੇ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਗੁਮਾਨ ਵੀ ਧਾਰਨ ਕੀਤਾ ਹੈ ਕਿ ਮੈਂ ਸ਼ੁਭ ਅਮਲ ਕਰਦਾ ਰਿਹਾ ਹਾਂ। ਨਸ ਜਾਏ ਦੋਜਕ ਬਨੈ ਇਹ ਨਿਸ਼ਚੈ ਠਾਨਾ। ਤੂੰ ਤਾਂ ਆਪਣੇ ਮਨ ਵਿੱਚ ਇਹ ਨਿਸ਼ਚਾ ਕਰਕੇ ਬੈਠਾ ਹੋਇਆ ਨਾ ਕਿ ਮੈਨੂੰ ਦੋਜਕ ਵਿੱਚ ਸਜ਼ਾ ਨਹੀਂ ਮਿਲੇਗੀ। ਇਸੀ ਕੋ ਖੰਡਨ ਕਰਿਓ ਲਿਖ ਲਿਖ ਗੁਰ ਪੂਰੇ। ਜੋ ਕੁਝ ਇਹਨੇ ਕੀਤਾ ਸੀ ਨਾ ਔਰੰਗਜ਼ੇਬ ਨੇ, ਉਸ ਕੱਲੀ ਕੱਲੀ ਗੱਲ ਦਾ ਖੰਡਨ ਕੀਤਾ ਮਹਾਰਾਜ ਨੇ ਜਫਰਨਾਮੇ ਵਿੱਚ ਵੀ ਤੂੰ ਤਾਂ ਸਮਝਦਾ ਕਿ ਮੈਂ ਆ ਵੀ ਚੰਗਾ ਕੀਤਾ, ਆ ਵੀ ਚੰਗਾ ਕੀਤਾ, ਪਰ ਤੂੰ ਇਹ ਸਭ ਕੁਝ ਮਾੜਾ ਕੀਤਾ। ਤੂੰ ਸਮਝਦਾ ਮੈਂ ਇਸ ਤਰੀਕੇ ਦੇ ਨਾਲ ਮੈਂ ਬਖਸ਼ਿਆ ਜਾਵਾਂਗਾ, ਇਹ ਵੀ ਤੈਨੂੰ ਬਚਾ ਨਹੀਂ ਸਕਦਾ। ਇਹ ਤੇਰਾ ਹੰਕਾਰ ਹੈ। ਕਈ ਵਾਰੀ ਬੰਦਾ ਆਪਣੇ ਆਪ ਨੂੰ ਠੀਕ ਸਮਝ ਕੇ ਬਹਿ ਜਾਂਦਾ ਵੀ ਮੈਂ ਜੋ ਕਰਦਾ ਠੀਕ ਹੀ ਹੈ। ਇਹ ਔਰੰਗਜ਼ੇਬ ਤੇ ਆਪਣੇ ਆਪ ਨੂੰ ਸਹੀ ਮੰਨੀ ਬੈਠਾ ਸੀ। ਇਹ ਤਾਂ ਮਹਾਰਾਜ ਦਾ ਜਫਰਨਾਮਾ ਪੜ੍ਹ ਕੇ ਉਹਨੂੰ ਪਤਾ ਲੱਗਾ ਵੀ ਮੈਂ ਤਾਂ ਸਾਰੀ ਉਮਰ ਕੋਈ ਕੰਮ ਚੰਗਾ ਕੀਤਾ ਹੀ ਨਹੀਂ। ਅਸਲ 'ਚ ਕੀਤਾ ਵੀ ਨਹੀਂ ਸੀ ਉਹਨੇ ਚੰਗਾ। ਆਪਣੇ ਤਿੰਨਾਂ ਭਰਾਵਾਂ ਨੂੰ ਕਤਲ ਕੀਤਾ, ਆਪਣੇ ਪਿਤਾ ਦਾ ਕਤਲ ਕੀਤਾ, ਆਪਣੀਆਂ ਭੈਣਾਂ ਨੂੰ ਉਹਨੇ ਕੁਵਾਰੀਆਂ ਰੱਖਿਆ। ਤੋ ਇਸ ਤਰ੍ਹਾਂ ਦਾ ਬਹੁਤ ਵੱਡਾ ਜ਼ੁਲਮ ਫਿਰ ਸਾਧੂਆਂ ਦੇ ਉੱਤੇ, ਫਕੀਰਾਂ ਤੇ ਵੀ ਕੀਤਾ। ਸਰਮਦ ਵਰਗੇ ਫਕੀਰ
ਤੇ ਨਾਵੇਂ ਪਾਤਸ਼ਾਹੀ ਦੀ ਸ਼ਹੀਦੀ ਹੋਈ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਤੇ ਹੋਰ ਕਿੰਨਿਆਂ ਦੇ ਜੰਨੂ ਲਾਏ ਤੇ ਕੀ ਕੁਝ ਕੀਤਾ ਇਹਨੇ। ਮਹਾਰਾਜ ਕਹਿੰਦੇ ਵੀ ਜੋ ਕੁਝ ਤੂੰ ਆਪਣੇ ਅੰਦਰ ਇਹ ਬਣਾਈ ਬੈਠਾ ਨਾ ਧਾਰਨਾ, ਇਹ ਤੇਰੀ ਸਾਰੀ ਝੂਠੀ ਆ। ਉਹ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਦਾ ਉਹਦੇ ਕਰਮਾਂ ਦਾ ਖੰਡਨ ਕੀਤਾ। ਪੂਰੇ ਸਤਿਗੁਰੂ ਜੀ ਨੇ ਲਿਖ ਲਿਖ ਕੇ ਸਕਲ ਜਨਾਈ ਤਰਕ ਕੋ ਨਰਕ ਜ਼ਰੂਰ। ਤੇ ਸਾਰੀ ਗੱਲ ਜਣਾ ਦਿੱਤੀ, ਚੰਗੀ ਤਰ੍ਹਾਂ ਸਮਝਾ ਦਿੱਤੀ ਵੀ ਇਹ ਸਾਰਾ ਤੂੰ ਵਹਿਮ ਭਰਮ ਕੱਢ ਦੇ, ਤੈਨੂੰ ਜ਼ਰੂਰ ਨਰਕ ਮਿਲਣਾ। ਨਰਕਾਂ ਤੋਂ ਤੈਨੂੰ ਥਾਂ ਹੀ ਨਹੀਂ ਹੈ, ਤੂੰ ਨਰਕਾਂ ਵਿੱਚ ਜਾਣਾ। ਇਹ ਮਹਾਰਾਜ ਸਾਹਿਬ ਜੀ ਨੇ ਉਹਦੀ ਤਸੱਲੀ ਕਰਵਾ ਦਿੱਤੀ ਗਰੀਬ ਨਵਾਜ ਨੇ। ਸਾਧ ਬੁਝਾਦੇ ਚਾਰਨ ਛਲ ਕਰ ਮਰਵਾਏ। ਤੇ ਸਾਡੇ ਚਾਰੇ ਸਾਹਿਬਜ਼ਾਦੇ ਵੀ ਤੂੰ ਛਲ ਕਰਕੇ ਮਰਵਾਏ। ਨਾ ਪਾਵੇ ਕੋਈ ਸਿਰ ਕਰ ਐਦ ਮਿਟਾਏ। ਤੇ ਵੱਡਾ ਪਾਪ ਹੈ ਤੇਰੇ ਸਿਰ ਦੇ ਉੱਤੇ। ਤੂੰ ਅਹਿਦ ਕਰਕੇ ਆਪਣੇ ਧਰਮ ਨੂੰ ਵਿੱਚ ਰੱਖ ਕਰਕੇ ਕਸਮਾਂ ਖਾਧੀਆਂ, ਅਹਿਦ ਕੀਤੇ, ਕਰਾਰ ਕੀਤੇ ਤੇ ਉਹ ਵੀ ਤੂੰ ਤੋੜ ਦਿੱਤੇ। ਅਵਰੰਗ ਪਦਰ ਪਦਰ ਕੋ ਤਿਸ ਪਦਰ ਬੋਰੀ। ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਸ ਨੂੰ ਸਾਧ ਸੰਗਤ ਜੀ ਜਫਰਨਾਮੇ ਦੇ ਵਿੱਚ ਲਾਹਣਤਾਂ ਪਾਈਆਂ। ਫਿਰ ਮਹਾਰਾਜ ਸਾਹਿਬ ਜੀ ਨੇ ਇਹਦੇ ਪੀੜ੍ਹੀਆਂ ਦਾ ਹਾਲ ਵੀ ਦੱਸਿਆ ਕਿ ਤੇਰਾ ਪਿਤਾ, ਉਹਦੇ ਪਿਤਾ, ਅੱਗੇ ਤੋਂ ਅੱਗੇ ਇਹ 6 ਪੀੜ੍ਹੀਆਂ ਦਾ ਵੀ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ। ਉਹ ਅੱਗੇ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਧਕ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸੁਧ ਬਚਨ, ਸਿੱਧ ਬੋਲਣ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੇਰੀ ਵੱਡੀ ਕਮਾਈ, ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਵੱਡਾ ਪ੍ਰਗਟਿਆ, ਵੱਡਾ ਪ੍ਰਗਟਿਆ। ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮੈ ਆਧਾਰ। ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ, ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।